ਮਿੰਟੂ ਜੀ 2 ਦਿਨ ਪਹਿਲਾਂ ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਗਵਾਂਢੀ ਸੀ, ਕਿ ਗਵਾਂਢੀ ਦੇ ਵੱਲ ਵੀ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਵੱਲੋਂ ਇਸ਼ਾਰਾ ਕੀਤਾ ਗਿਆ ਸੀ ਕਿ ਉਸਨੇ ਵੀ ਕੋਈ ਨੈਗੇਟਿਵ ਭੂਮਿਕਾ ਨਿਭਾਈ ਹੋ ਸਕਦੀ ਹੈ ਇਹ ਸਾਰੇ ਦੇ ਸਾਰੇ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦੇ ਵਿੱਚ। ਹੁਣ ਇਸ ਮਾਮਲੇ ਦੇ ਵਿੱਚ ਚਾਰਜ ਸ਼ੀਟ ਦਾਖਲ ਹੋਈ ਹੈ ਤੇ ਗਵਾਂਢੀ ਨੂੰ ਵੀ ਨਾਮਜ਼ਦ ਕਰ ਦਿੱਤਾ ਗਿਆ। ਬਿਲਕੁਲ ਵਿਜੇ ਜੀ, ਦੇਖੋ ਇਹ 1850 ਪੰਨਿਆਂ ਦੀ ਚਾਰਜ ਸ਼ੀਟ ਹੈ। ਦਾ ਮਤਲਬ ਹੈ ਕਿ ਬਹੁਤ ਵੱਡਾ ਚਲਾਨ ਪੇਸ਼ ਹੋਇਆ ਇਸ ਮਾਮਲੇ 'ਚ। ਇਹ ਸਮਝਣਾ ਪਏਗਾ। ਆਮ ਤੌਰ ਤੇ ਜਿਹੜੇ ਚਲਾਨ ਪੇਸ਼ ਹੁੰਦੇ ਆ ਮਰਡਰ ਦੇ ਜਾਂ ਹੋਰ ਆਮ ਰੂਟੀਨ ਦੇ ਜਿਹੜੇ ਕੇਸ ਹੁੰਦੇ ਆ, ਤਾਂ ਉਹਦੇ ਵਿੱਚ ਏਡੀ ਚਾਰਜ ਸ਼ੀਟ ਨਹੀਂ ਹੁੰਦੀ। ਤਾਂ ਇਹ ਚਾਰਜ ਸ਼ੀਟ 1850 ਪੰਨਿਆਂ ਦੀ ਹੈ। ਦਾ ਮਤਲਬ ਹੈ ਕਿ ਬਹੁਤ ਜ਼ਿਆਦਾ ਵਿਸਤਾਰਤ ਹੈ, ਬਹੁਤ ਜ਼ਿਆਦਾ ਇਹਦਾ ਫੈਲਾਅ ਹੈ, ਬਹੁਤ ਜ਼ਿਆਦਾ ਇਹਦਾ ਪਸਾਰ ਹੈ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ 36 ਮੁਲਜ਼ਮਾਂ ਦੇ ਵਿੱਚੋਂ ਕਹਿ ਲਓ ਕਿ 24 ਕਾਤਲਾਂ ਦੇ ਨਾਂ ਦਿੱਤੇ ਗਏ, ਮਤਲਬ ਕਿ ਜਿਹੜੇ ਉਸ ਕਤਲ ਦੀ ਕਨਸਪੀਰੇਸੀ ਦਾ ਹਿੱਸਾ ਸੀਗੇ। ਤਾਂ ਜਿਹਦੇ ਵਿੱਚ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਦੱਸਿਆ ਗਿਆ। ਇਸ ਤੋਂ ਇਲਾਵਾ 4 ਜਿਹੜੇ ਨੇ ਉਹ ਬਾਹਰ ਬੈਠੇ ਨੇ, ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ, ਗੋਲਡੀ ਬਰਾੜ, ਲਿਪਨ ਨਹਿਰਾ, ਇਹ ਦੋਨੇ ਸ਼ਾਇਦ ਕੈਨੇਡਾ, ਸਚਿਨ ਥਾਪਨ ਤੇ ਅਨਮੋਲ। ਇਹਨਾਂ ਦਾ ਹਾਲੇ ਤੱਕ ਦੇਸ਼ ਕਲੀਅਰ ਨਹੀਂ ਹੋਇਆ, ਪੁਲਿਸ ਵੱਲੋਂ ਆਫੀਸ਼ੀਅਲੀ ਨਹੀਂ ਦੱਸਿਆ ਗਿਆ ਕਿ ਕਿਹੜੇ ਮੁਲਕ 'ਚ ਨੇ। ਤਾਂ ਇਸ ਵੇਲੇ ਇਹ 4 ਬਾਹਰ ਹੋ ਗਏ। ਤਾਂ ਕੁੱਲ ਮਿਲਾ ਕੇ 36 ਮੁਲਜ਼ਮ ਇਹਨਾਂ ਨੇ ਇਸ ਚਾਰਜ ਸ਼ੀਟ ਦੇ ਵਿੱਚ ਪਾਏ ਆ। 24 ਦਾ ਚਲਾਨ ਪੇਸ਼ ਕਰ ਦਿੱਤਾ ਗਿਆ, ਬਾਕੀ ਦਾ ਉਹ ਬਾਅਦ 'ਚ ਕਰ ਦੇਣਗੇ। ਮੇਰੇ ਖਿਆਲ ਦੇ ਨਾਲ 122 ਦੇ ਕਰੀਬ ਟੋਟਲ ਗਵਾਹ ਬਣਦੇ ਆ, ਬਹੁਤ ਜ਼ਿਆਦਾ ਗਵਾਹ ਨੇ ਜੀ। ਤੇ ਫਿਰ ਜੇ ਤੁਸੀਂ ਦੇਖੋਗੇ ਇਸ ਮਾਮਲੇ ਦੇ ਵਿੱਚ ਕਿ ਜਿਹੜਾ ਜ਼ਿਕਰ ਆ ਰਿਹਾ ਸੀਗਾ ਗਵਾਂਢੀਆਂ ਦਾ, ਤੇ 2 ਨੇ ਜੀ, ਜੀਵਨਜੋਤ ਅਤੇ ਜਗਤਾਰ ਸਿੰਘ, ਇਹ 2 ਪਾਏ ਗਏ ਨੇ। ਹੁਣ ਦੇਖੋ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਹੁਤ ਵੱਡਾ ਚਲਾਨ ਹੈ, ਹਾਲ ਦੀ ਘੜੀ ਚਲਾਨ ਦੀ ਕਾਪੀ ਮੀਡੀਆ ਕੋਲ ਨਹੀਂ ਪਹੁੰਚੀ, ਤਾਂ ਫਿਰ ਪਤਾ ਲੱਗੇਗਾ, ਕਿਉਂਕਿ ਉੱਥੇ ਤਾਂ ਫਿਰ ਸਾਰਿਆਂ ਦੇ ਰੋਲ ਜਿਹੜੇ ਆ ਉਹ ਡਿਫਾਈਨ ਕੀਤੇ ਗਏ ਹੋਣਗੇ ਨਾ, ਕਿ ਫਲਾਣੇ ਬੰਦੇ ਨੇ ਕੀ ਕੀਤਾ, ਫਲਾਣਾ ਬੰਦਾ ਕੀ ਸੀਗਾ, ਕਿਉਂਕਿ ਉੱਥੇ ਤੁਹਾਨੂੰ ਦੱਸਣਾ ਪਏਗਾ। ਤਾਂ ਵਿਸਤਾਰਤ ਜਾਣਕਾਰੀ ਹੋਏਗੀ ਉੱਥੇ ਹਰ ਇੱਕ ਦੀ। ਕੁੱਲ ਮਿਲਾ ਕੇ ਚਾਰਜ ਸ਼ੀਟ ਜ਼ਰੂਰ ਫਾਈਲ ਹੋਊਗੀ, ਪਰ ਹਰੇਕ ਬੰਦੇ ਦੀ ਹਾਲੇ ਭੂਮਿਕਾ ਇਹਦੇ 'ਚ ਕਲੀਅਰ ਨਹੀਂ ਆਪਣੇ ਕੋਲ ਕਿ ਕਿਹੜਾ ਬੰਦਾ, ਪਰ ਇਹ 2 ਜ਼ਰੂਰ ਪਾਏ ਗਏ ਨੇ। ਇਹ ਅੱਜ ਮੀਡੀਆ ਨੇ ਖੁਲਾਸਾ ਕਰ ਦਿੱਤਾ, ਕਿਉਂਕਿ ਪੁਲਿਸ ਨੇ ਪੀਸੀ ਕੀਤੀ ਸੀ ਇਸ ਮਾਮਲੇ ਦੇ ਵਿੱਚ। ਚਾਰਜ ਸ਼ੀਟ ਤਾਂ ਮੇਰੇ ਖਿਆਲ ਦੇ ਨਾਲ ਏਡੀ ਜਲਦੀ ਨਿਕਲੇਗੀ ਵੀ ਨਹੀਂ, ਹੌਲੀ ਹੌਲੀ ਮੀਡੀਆ ਕੱਢ ਲਏਗਾ, ਕਿਉਂਕਿ ਅਦਾਲਤੀ ਦਸਤਾਵੇਜ਼ ਹੈ, ਥੋੜਾ ਟਾਈਮ ਲੱਗਦਾ ਹੈ ਜੀ। ਤੇ ਉਦਾਂ ਪੁਲਿਸ ਨੇ ਪੀਸੀ ਕਰਕੇ ਜੋ ਅਫੀਸ਼ੀਅਲੀ ਜਾਣਕਾਰੀ ਦਿੱਤੀ ਹੈ, ਉਹਦੇ ਵਿੱਚੋਂ ਮੋਟਾ ਇਹੀ ਨਿਕਲਦਾ ਹੈ। ਸੋ ਕੁੱਲ ਮਿਲਾ ਕੇ ਆਪਾਂ ਦੇਖ ਸਕਦੇ ਹਾਂ ਇਸ ਕੇਸ ਦੇ ਬਾਬਤ ਕਿ ਦੇਖੋ 122 ਦੇ ਕਰੀਬ ਗਵਾਹ ਨੇ, ਵਿੱਚੋਂ ਥੋੜੇ ਬੈਠ ਵੀ ਜਾਂਦੇ ਹੁੰਦੇ ਕਈ ਵਾਰ ਮੌਕੇ ਤੇ। ਤਾਂ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਕੇਸ ਕਾਫੀ ਲੰਬਾ ਚੱਲਣ ਦੀ ਸੰਭਾਵਨਾ ਹੈ। ਹਾਲਾਂਕਿ ਪੁਲਿਸ ਨੇ ਟਾਈਮ ਦੇ ਹਿਸਾਬ ਦੇ ਨਾਲ ਤਾਂ ਬਹੁਤ ਜਲਦੀ ਕਰ ਲਿਆ ਸਾਰਾ ਕੁਝ, ਚਲਾਉਣ ਵਾਲਾ ਕੰਮ ਪੂਰਾ ਕਰ ਲਿਆ, ਪਰ ਇਸ ਤੋਂ ਬਾਅਦ ਤੁਸੀਂ ਦੇਖੋ ਗਵਾਹਾਂ ਦੀ ਲਿਸਟ, ਉਹਨਾਂ ਨੂੰ ਸਮਨਿੰਗ, ਫਿਰ ਉਹਨਾਂ ਦੇ ਵਿੱਚੋਂ ਕਿਸੇ ਨੇ ਆਉਣਾ, ਕਿਸੇ ਨੇ ਨਹੀਂ ਆਉਣਾ, ਫਿਰ ਗਵਾਹੀਆਂ ਤੋਂ ਬਾਅਦ ਬਹਿਸ ਹੋਣੀ ਹੈ, ਉਸ ਤੋਂ ਪਹਿਲਾਂ ਚਾਰजेस ਫਰੇਮ ਹੋਣੇ ਆ, ਉਸ ਤੋਂ ਬਾਅਦ ਆਰਗੂਮੈਂਟ, ਉਸ ਤੋਂ ਬਾਅਦ ਫਿਰ ਫਾਈਨਲ ਆਰਗੂਮੈਂਟ, ਫਿਰ ਉਸ ਤੋਂ ਬਾਅਦ ਕਹਿ ਲਓ ਕਿ ਡਿਸੀਜਨ, ਫੈਸਲਾ ਕੋਈ ਵੀ ਹੋਣਾ, ਵੈਰਡਿਕਟ ਕੋਈ ਜਿਹੜਾ ਵੀ ਆਏਗਾ, ਅਦਾਲਤ ਕੀ ਡਿਸੀਜਨ ਲੈਂਦੀ ਆ ਕਿ ਉਹਦੇ ਵਿੱਚ ਉਹਨਾਂ ਦਾ ਵੈਰਡਿਕਟ ਹੋਏਗਾ, ਉਹ ਬਾਅਦ ਦੀ ਗੱਲ ਆ। ਪਰ ਉਸ ਤੋਂ ਪਹਿਲਾਂ ਲੰਮਾ ਪ੍ਰੋਸੀਜਰ ਸਭ ਦੇ ਸਾਹਮਣੇ ਆ। ਬਾਕੀ ਜੇ ਇਸ ਮਾਮਲੇ ਤੋਂ ਹਟ ਕੇ ਥੋੜਾ ਜਿਹਾ ਦੇਖੀਏ ਤਾਂ ਇੱਕ ਗੀਤ ਦੀ ਕੰਟਰੋਵਰਸੀ ਬਹੁਤ ਹੈ ਇਸ ਟਾਈਮ। ਰਾਈਟ, ਹਾਂਜੀ ਹਾਂਜੀ। ਸਲੀਮ ਨੇ ਕੋਈ ਗੀਤ ਬਣਾ ਰੱਖਿਆ, ਉਹ ਕਹਿੰਦਾ ਮੈਂ ਰਿਲੀਜ਼ ਕਰਨਾ 2 ਸਤੰਬਰ ਨੂੰ, ਤਾਂ ਇਧਰੋਂ ਪਰਿਵਾਰ ਕਹਿੰਦਾ ਕਿ ਨਾ ਕਰੀ ਬਈ, ਨਹੀਂ ਤਾਂ ਮਿੱਤਰਾ ਤੇਰੇ ਤੇ ਕਾਨੂੰਨੀ ਕਾਰਵਾਈ ਕਰਾਂਗੇ। ਤਾਂ ਉਹ ਮੈਨੂੰ ਲੱਗਦਾ ਕਿ ਥੋੜਾ ਜ਼ਿਆਦਾ ਹੀ ਕਾਲਾ ਹੈ, ਕਿਉਂਕਿ ਵਪਾਰਕ ਹਿੱਤ ਹੁੰਦੇ ਆ ਹਰੇਕ ਬੰਦੇ ਦੇ। ਪਰ ਉਹਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਯਾਰ ਇਸ ਟਾਈਮ ਨਿਆਂ ਦੀ ਲੜਾਈ ਉਹ ਲੜ ਰਹੇ ਨੇ, ਇਸ ਟਾਈਮ ਇੱਕੋ ਵੇਲੇ ਕਈ ਮੋਰਚਿਆਂ ਤੇ ਲੜ ਰਿਹਾ ਪਰਿਵਾਰ, ਫਿਰ ਤੇਰੇ ਨਾਲ ਵੀ ਲੜਨਗੇ, ਫਾਇਦਾ ਕੀ ਹੈ? ਜੇ ਠੀਕ ਹੈ, ਹੋ ਸਕਦਾ ਕੰਟਰੈਕਟ ਹੋਵੇ ਉਹਦੇ ਕੋਲ, ਕਿਉਂਕਿ ਇਹੋ ਜਿਹੇ ਬੰਦੇ ਕੰਟਰੈਕਟ ਤੋਂ ਬਗੈਰ ਤਾਂ ਕਹਿ ਲਓ ਕਿ ਨਿੱਛ ਵੀ ਨਹੀਂ ਮਰਵਾਉਂਦੇ ਕਿਸੇ ਤੋਂ, ਛਿੱਕ ਵੀ ਮਰਵਾਉਣਗੇ ਤੇ ਕਹਿਣਗੇ ਕਿ ਕੰਟਰੈਕਟ ਕਰਾ ਬਈ। ਸੋ ਗੱਲ ਇਹ ਹੈ ਕਿ ਜੇ ਹੈ ਵੀ ਆ ਕੰਟਰੈਕਟ ਤੇਰੇ ਕੋਲ ਤਾਂ ਚਲੋ ਬੈਠ ਕੇ ਨਿਬੇੜ ਦੋ, ਪਰ ਉਹ ਬਹੁਤ ਜ਼ਿਆਦਾ ਤੱਤਾ ਕਾਲਾ ਨਜ਼ਰ ਆ ਰਿਹਾ। ਹਾਲਾਂਕਿ ਉਹਨੇ ਇਹ ਅਨਾਉਂਸਮੈਂਟ ਕਰ ਦਿੱਤੀ ਹੈ ਵਿਜੇ ਜੀ ਕਿ ਮੈਂ ਗੀਤ ਦੀ ਜਿਹੜੀ ਕਮਾਈ ਹੋਊਗੀ ਉਹਦਾ ਇੱਕ ਹਿੱਸਾ ਇਹਦੇ ਮਾਂ ਪਿਓ ਨੂੰ ਦੇਵਾਂਗਾ। ਪਰ ਮੇਰੇ ਖਿਆਲ ਦੇ ਨਾਲ ਜਦੋਂ ਸਹਿਮਤ ਨਹੀਂ ਹੋ ਰਹੇ ਤਾਂ ਇਹਨਾਂ ਦੀ ਸਹਿਮਤੀ ਲੈਣੀ ਵੀ ਜ਼ਰੂਰੀ ਆ। ਖੈਰ ਚਾਰਜ ਸ਼ੀਟ ਫਾਈਲ ਹੋ ਗਈ ਆ, ਹੁਣ ਨਿਆਂ ਦਾ ਇਹ ਜਿਹੜਾ ਚੱਕਾ ਗਿੜੇਗਾ, ਦੇਖਦੇ ਆ ਕਿ ਕਿੰਨੀ ਛੇਤੀ ਗਿੜਦਾ। ਵੈਸੇ ਤੇ ਤੁਹਾਨੂੰ ਪਤਾ ਇੱਥੇ ਸਾਲਾਂ ਬੱਧੀ ਉਹ ਗਾਣੇ ਵੀ ਬਣੇ ਆ, ਕਵਿਤਾਵਾਂ ਵੀ ਲਿਖੀਆਂ ਗਈਆਂ, ਬੰਦੇ ਅਦਾਲਤਾਂ 'ਚ ਖੜੇ ਬਿਰਖ ਹੋ ਗਏ, ਤਾਂ ਇੱਥੇ ਹੁਣ ਕਿੰਨੀ ਜਲਦੀ ਨਿਆਂ ਹੋਏਗਾ ਇਹ ਦੇਖਣਾ ਹੋਏਗਾ ਜੀ। ਅੱਛਾ, ਇਹ ਦੱਸਿਓ ਮਿੰਟੂ ਜੀ, ਉਧਰ ਸੁਖਬੀਰ ਬਾਦਲ ਦੇ ਸਿਰ ਤੇ ਵੀ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ ਕੀ?
ਦੇਖੋ ਇਹ ਵੀ ਇੱਕ ਚਿੰਤਾਜਨਕ ਆ ਅਕਾਲੀ ਦਲ ਬਾਦਲ ਵਾਸਤੇ, ਕਿਉਂਕਿ 30 ਵਾਸਤੇ ਸਮਨਿੰਗ ਹੋਈ ਆ। ਕੱਲ ਵੀ ਇਸ ਗੱਲ ਦੀ ਚਰਚਾ ਰਹੀ ਸੀਗੀ। ਇਹਨਾਂ ਨੇ ਕਿਹਾ ਸੀਗਾ ਕਿ ਨਹੀਂ ਮੈਨੂੰ ਸਮਨ ਮਿਲੇ ਨਹੀਂ ਹੈ, ਤਾਂ ਦੂਸਰੇ ਪਾਸੇ ਉਹ ਕਹਿੰਦੇ ਕਿ ਸਮਨ ਤਾਂ ਹੋ ਗਿਆ। ਕਹਿੰਦੇ ਅਕਾਲੀ ਦਲ ਵਾਲੇ, ਉਹ ਕਹਿੰਦੇ ਕਮਾਲ ਦੀ ਗੱਲ ਹੈ, ਤੁਹਾਡੇ ਸਮਨ ਸਾਨੂੰ ਮਿਲਣ ਤੋਂ ਪਹਿਲਾਂ ਮੀਡੀਆ ਨੂੰ ਮਿਲ ਜਾਂਦੇ, ਤੇ ਇੱਥੋਂ ਹੀ ਤੁਹਾਡੀ ਕਿਤੇ ਨਾ ਕਿਤੇ ਮਨਸ਼ਾ ਜਿਹੜੀ ਉਹ ਜ਼ਾਹਰ ਹੋ ਜਾਂਦੀ ਆ। ਤਾਂ ਹੁਣ ਦੇਖੋ 30 ਨੂੰ ਇਹਨਾਂ ਨੇ ਪੇਸ਼ ਹੋਣਾ ਜੀ, ਤਾਂ ਇਧਰੋਂ ਕਿਤੇ ਨਾ ਕਿਤੇ ਜਿਹੜੀ ਸੰਕੇਤਕ ਤੌਰ ਤੇ ਭਾਸ਼ਾ ਵਰਤੀ ਜਾ ਰਹੀ ਹੈ, ਜਿਵੇਂ ਤੁਸੀਂ ਅੱਜ ਦੇਖੋਗੇ ਮਾਝੇ ਵਾਲੇ ਜਿਹੜੇ ਵਜ਼ੀਰ ਨੇ ਕੁਲਦੀਪ ਸਿੰਘ ਜੀ ਧਾਲੀਵਾਲ, ਜਿਹੜੇ ਕਿ ਕਬਜ਼ੇ ਛਡਾਉਣ ਦੇ ਕਬਜ਼ੇ ਵਾਲਾ ਗਾਣਾ ਜਿਵੇਂ ਗਾਉਂਦੇ ਹੁੰਦੇ ਆ, ਚੱਕ ਲੋ ਰਿਵਾਲਵਰ ਰਫਲਾ ਵੀ ਕਬਜ਼ਾ ਲੈਣਾ, ਤੇ ਉਹ ਕਹਿੰਦੇ ਹੁੰਦੇ ਅਫਸਰਾਂ ਨੂੰ ਚੱਕ ਲੋ ਜਿਪਸੀਆਂ ਵੀ ਅੱਜ ਆਪਾਂ ਕਬਜ਼ਾ ਲੈਣਾ। ਪਤਾ ਹੀ ਨਹੀਂ ਲੱਗਦਾ ਕਿਹੜੇ ਪਿੰਡ 'ਚ ਜਾ ਖਲੋਂਦੇ ਵੱਟ ਤੇ, ਕਿਉਂ ਉੱਥੋਂ ਤੱਕ ਵਾਹ ਉਹ ਮੁੰਡਿਓ ਬਸ ਸਿੱਧਾ ਸਾਬ ਹੀ ਆ। ਤਾਂ ਉਹ ਅੱਜ ਬੋਲੇ ਨੇ, ਉਹਨਾਂ ਨੇ ਕਾਫੀ ਕਹ ਲਓ ਕਿ ਹਮਲਾਵਰ ਸ਼ੈਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਸਵਾਲ ਖੜੇ ਕੀਤੇ। ਉਹਨਾਂ ਨੇ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਐਸਡੀਐਮ ਨੇ ਮੰਨਿਆ ਕਿ ਉਹਦੇ ਹੁਕਮਾਂ ਤੇ ਗੋਲੀ ਚੱਲੀ ਹੈ। ਉਹ ਕਹਿੰਦੇ ਕਿ ਸਾਨੂੰ ਪਤਾ ਸਾਰਾ ਪ੍ਰੋਸੀਜਰ ਕਿੱਦਾਂ ਫੋਲੋ ਕੀਤਾ ਜਾਂਦਾ ਹੈ, ਮੰਤਰੀਆਂ ਤੋਂ ਬਗੈਰ ਜਾਂ ਮੁੱਖ ਮੰਤਰੀ ਤੋਂ ਜਾਂ ਹੋਮ ਮਿਨਿਸਟਰ ਦੀ ਸਹਿਮਤੀ ਤੋਂ ਬਗੈਰ ਕੋਈ ਐਸਡੀਐਮ ਕਿੱਦਾਂ ਆਰਡਰ ਕਰ ਦੇਗਾ। ਤਾਂ ਫਿਰ ਅਕਾਲੀ ਦਲ ਨੇ ਵੀ ਮੋੜਵਾਂ ਜਵਾਬ ਦਿੱਤਾ। ਉਹ ਕਹਿੰਦੇ ਕਿ ਜਿਹੜਾ ਫਿਰ ਪਟਿਆਲੇ ਇੰਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਵੀ ਕਰ ਦਿਓ ਭਗਵੰਤ ਮਾਨ ਤੇ ਪਰਚਾ ਦਰਜ, ਕਿਉਂਕਿ ਉਹਦੇ ਵਾਸਤੇ ਵੀ ਮੁੱਖ ਮੰਤਰੀ ਜ਼ਿੰਮੇਵਾਰ ਨੇ। ਫਿਰ ਉਹਨਾਂ ਨੇ ਕਿਹਾ 2004 ਚ ਅੰਮ੍ਰਿਤਸਰ ਦੇ ਮਾਨਾਵਾਲ ਚ ਕਿਸਾਨਾਂ ਦਾ ਪ੍ਰਦਰਸ਼ਨ ਹੋ ਰਿਹਾ ਸੀਗਾ ਤੇ ਗੋਲੀ ਲੱਗਣ ਨਾਲ 2 ਕਿਸਾਨ ਸ਼ਹੀਦ ਹੋਏ, ਤਾਂ ਅਮਰਿੰਦਰ ਸਿੰਘ ਤੇ ਕਰੋ ਪਰਚਾ। ਫਿਰ ਉਹਨਾਂ ਨੇ ਇੱਕ ਹੋਰ ਮਿਸਾਲ ਦੇ ਦਿੱਤੀ ਕਿ ਚੇਅਰਮੈਨ ਰਜਿੰਦਰ ਗੁਪਤਾ, ਵੈਸੇ ਗੁਪਤਿਆਂ ਦੀ ਚਾਂਦੀ ਹੈ ਜੀ, ਹਰੇਕ ਸਰਕਾਰ 'ਚ ਇਹਨਾਂ ਨੂੰ ਕੈਬਨਿਟ ਦਾ ਰੈਂਕ ਮਿਲ ਜਾਂਦਾ ਟਰਾਈਡੈਂਟ ਵਾਲਿਆਂ ਨੂੰ। ਤੇ ਕਹਿੰਦੇ ਕਿ ਇਹਨਾਂ ਨੂੰ ਤੁਸੀਂ ਟਰਾਈਡੈਂਟ ਇੰਡਸਟਰੀ ਵਾਲਿਆਂ ਨੂੰ ਚੇਅਰਮੈਨ ਲਾ ਰੱਖਿਆ ਜਾਂ ਹੁਣ ਕੈਬਨਿਟ ਰੈਂਕ ਦੇ ਦਿੱਤਾ ਜੇ। 2006 ਚ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ ਇੱਥੇ ਵੀ, ਤਾਂ ਉਦੋਂ ਵੀ ਗੋਲੀ ਚੱਲੀ ਸੀਗੀ ਜੀ, ਕਿਸਾਨ ਸ਼ਹੀਦ ਹੋਏ, ਜ਼ਖਮੀ ਹੋਏ, ਤਾਂ ਉਦੋਂ ਕਰ ਦਿੰਦੇ ਪਰਚਾ ਚੀਫ ਮਿਨਿਸਟਰ ਤੇ। ਸੋ ਇਹਨਾਂ ਨੇ ਆਪਣੇ ਹਿਸਾਬ ਨਾਲ ਮੋੜਵਾਂ ਜਵਾਬ ਦਿੱਤਾ। ਪਰ ਗੱਲ ਜਿਹੜੀ ਗ੍ਰਿਫਤਾਰੀ ਵਾਲੀ ਆ ਉਹ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਹੁਣ ਤਲਵਾਰਾਂ ਜਿਹੜੀਆਂ ਨੇ ਉਹ ਚੰਗਿਆੜੇ ਛੱਡ ਰਹੀਆਂ ਨੇ ਆਪਸ ਦੇ ਵਿੱਚ ਭਿੜ ਕੇ, ਸ਼ਬਦਾਂ ਦੀਆਂ ਤਲਵਾਰਾਂ, ਤਾਂ ਇਹ ਤੋਂ ਜਾਪਦਾ ਹੈ ਕਿ ਹੋ ਸਕਦਾ ਹੈ, ਕਿਉਂਕਿ ਦੇਖੋ ਕਾਂਗਰਸ ਨੂੰ ਤਾਂ ਠੰਡਿਆਂ ਕਰ ਦਿੱਤਾ ਉਹਨਾਂ ਨੇ, ਆਮ ਆਦਮੀ ਪਾਰਟੀ ਲਈ ਮੰਨੋ ਕਿ ਉਹਨਾਂ ਦੇ ਤਾਂ ਫਿਊਜ਼ ਢਾ ਦਿੱਤੇ, ਟਰਾਂਸਫਾਰਮਰ ਹੀ ਢਾ ਦਿੱਤਾ ਮੇਰੇ ਖਿਆਲ ਦੇ ਨਾਲ। ਉਹ ਕਿਉਂਕਿ ਸਿੱਧੂ ਸੀ ਮੇਨ, ਤੇ ਉਹ ਪਿੱਛੋਂ ਤਾਂ 32 kV 66 kV ਉਹ ਵੀ ਗਿਆ, ਤੇ ਅੱਗੋਂ ਟਰਾਂਸਫਾਰਮਰ ਵੀ ਚੱਕੇ ਗਏ, ਤਾਂ ਮਤਲਬ ਕਿ ਉੱਥੇ ਤਾਂ ਫਿਊਜ਼ ਉੱਡੇ ਨੇ। ਅਕਾਲੀ ਕੱਲ ਬੋਲੇ ਸਨ ਲਿਕਰ ਪਾਲਿਸੀ ਤੇ, ਇਹਨਾਂ ਨੇ ਕਾਫੀ ਠੋਸ ਘੇਰਾਬੰਦੀ ਕੀਤੀ ਇਹਨਾਂ ਦੀ, ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਸਮਨ ਨਿਕਲਿਆ। ਸਮਨ ਕਾਹਦਾ ਨਿਕਲਿਆ? ਸੱਪ ਹੀ ਨਿਕਲਿਆ, ਉਹ ਵੀ ਖੜੱਪਾ। ਤਾਂ ਉਦੋਂ ਬਾਅਦ ਫਿਰ ਹੁਣ ਦੂਜੇ ਪਾਸੇ ਨੂੰ ਗੱਲ ਤੁਰ ਪਈ। ਤਾਂ ਇਹ ਹੈ ਕਿ ਹੋ ਸਕਦਾ ਸੁਖਬੀਰ ਸਿੰਘ ਬਾਦਲ ਲਈ ਵੀ ਇਹ 30 ਤਰੀਕ ਜਿਹੜੀ ਹੈ ਉਹ ਸੁਖ ਵਾਲੀ ਨਾ ਹੋਵੇ। ਹੋ ਸਕਦਾ ਹੈ ਗ੍ਰਿਫਤਾਰੀ ਹੋ ਜਾਵੇ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਤਾਂ ਕਹਿ ਰਹੇ ਆ, ਉਹ ਕਹਿੰਦੇ ਕਿ ਸਮਣ ਦੀ ਕੀ ਲੋੜ ਆ, ਇਹਨੂੰ ਤਾਂ ਥੰਮਣ ਦੀ ਲੋੜ ਆ। ਵੇਖੋ ਕਿੱਡੀ ਸ਼ਬਦਾਵਲੀ, ਕਹਿੰਦੇ ਫੜੋ ਇਹਨੂੰ, ਸਮਣ ਦੀ ਨਹੀਂ ਲੋੜ, ਇਹਨੂੰ ਥੰਮਣ ਦੀ ਲੋੜ ਆ, ਫੜ ਲਓ ਇਹਨੂੰ, ਅਰੈਸਟ ਕਰ ਲਓ। ਇੱਥੋਂ ਕਿਤੇ ਨਾ ਕਿਤੇ ਲੱਗਦਾ ਕਿ ਕਾਰਵਾਈ ਪੈ ਸਕਦੀ ਹੈ। ਇਹਦੇ ਚ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਉਹ ਕਹਿਣਗੇ ਜਾਂ ਚਾਹਣਗੇ ਕਿ ਇੱਕ ਤਾਂ ਲੋਕਾਂ ਦੀ ਨਜ਼ਰ ਜਿਹੜੀ ਹੈ ਕੁਝ ਜ਼ਿਆਦਾ ਹੀ ਆਲੋਚਨਾਤਮਕ ਹੋਈ ਪਈ ਹੈ, ਉਹ ਦ੍ਰਿਸ਼ਟੀ ਥੋੜੀ ਜਿਹੀ ਚੇਂਜ ਹੋਏਗੀ, ਥੋੜੀ ਬਦਲੀ ਜਾਏਗੀ, ਡਾਈਵਰਟ ਹੋਏਗੀ। ਤੇ ਦੂਸਰਾ ਇਹ ਹੈ ਕਿ ਇਧਰੋਂ ਅਕਾਲੀ ਵੀ ਸ਼ਾਂਤ ਹੋ ਜਾਣਗੇ, ਚੁੱਪ ਹੋ ਜਾਣਗੇ। ਸੋ ਇਸ ਕਰਕੇ, ਕਿਉਂਕਿ ਹੁਣ ਦੇਖੋ ਜਿਹੜੀ ਬੇਅਦਬੀ ਵਾਲੀ ਸਾਰੀ ਚਾਰਜਸ਼ੀਟ ਦੀ ਕਹਾਣੀ, ਉਹਦੇ ਚ ਵੀ ਅਕਾਲੀ ਨਿਕਲ ਗਿਆ ਤਕਰੀਬਨ ਜੀ। ਬਾਈਬਲ ਵਾਲਾ ਜਿਹੜਾ ਮਾਮਲਾ ਸੀ ਉਹਦੇ ਚ ਚਾਰਜਸ਼ੀਟ ਹੋਈ, ਉਹਦੇ ਚੋਂ ਵੀ ਨਿਕਲ ਗਏ। ਰਹਿ ਕਿਹੜਾ ਗਿਆ? ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਸ਼ਾਇਦ, ਰਹਿ ਗਿਆ ਇਹੀ ਮਾਮਲਾ ਜਿਹਦੇ ਚ ਸੁਖਬੀਰ ਸਿੰਘ ਬਾਦਲ ਦਾ ਤੋਪਾ ਭਰਿਆ ਜਾ ਸਕਦਾ ਹੈ, ਯਾਨੀ ਗ੍ਰਿਫਤਾਰੀ ਹੋ ਸਕਦੀ ਹੈ। ਸੋ ਇਸ ਕਰਕੇ ਸਾਰਾ ਜ਼ੋਰ ਲੱਗਾ ਪਿਆ। ਤੇ ਇੱਕ ਵਾਰੀ ਠੀਕ ਵੈਸੀ ਹੀ ਇਸ ਵੇਲੇ ਰਾਜਨੀਤੀ ਹੋ ਰਹੀ ਹੈ ਜਿਹੜੀ ਆਪਾਂ ਕਦੇ 2016-17 ਚ ਦੇਖੀ ਸੀ, ਜਾਂ ਫਿਰ ਉਸ ਤੋਂ ਬਾਅਦ 19-20 ਦੇ ਵਿੱਚ ਸੁਖਜਿੰਦਰ ਰੰਧਾਵਾ ਜਾਂ ਸਿੱਧੂ ਸਾਹਿਬ ਨੇ ਪਖਾਈ ਸੀ। ਵੈਸੀ ਹੀ ਰਾਜਨੀਤੀ ਤਕਰੀਬਨ ਇੱਥੇ ਵੇਖਣ ਨੂੰ ਮਿਲ ਰਹੀ ਹੈ ਜੀ। ਮਿੰਟੂ ਜੀ, ਤੁਸੀਂ ਕਾਂਗਰਸ ਦਾ ਜ਼ਿਕਰ ਕੀਤਾ ਇਸ ਗੱਲਬਾਤ ਦੇ ਵਿੱਚ ਕਿ ਕਿਵੇਂ ਕਾਂਗਰਸ ਵਾਸਤੇ ਸਮੱਸਿਆਵਾਂ, ਭਾਵੇਂ ਪੰਜਾਬ ਦੇ ਵਿੱਚ ਕਿ ਕੇਸ ਵਗੈਰਾ ਚੱਲ ਰਹੇ ਨੇ ਤੇ ਹੋਰ ਜਿਹੜੀਆਂ ਫਾਈਲਾਂ ਖੁੱਲ ਰਹੀਆਂ ਨੇ ਪੁਰਾਣੀਆਂ ਕਰਪਸ਼ਨ ਵਗੈਰਾ ਦੀਆਂ, ਪਰ ਨਾਲ ਹੀ ਜੇ ਨੈਸ਼ਨਲੀ ਗੱਲ ਕਰੀਏ, ਗੁਲਾਮ ਨਬੀ ਆਜ਼ਾਦ ਵੀ ਕਾਂਗਰਸ ਦਾ ਪੱਲਾ ਛੱਡ ਗਏ ਨੇ। ਬਹੁਤ ਵੱਡਾ ਝਟਕਾ ਇਹ ਨੈਸ਼ਨਲੀ ਕਾਂਗਰਸ ਵਾਸਤੇ, ਕਿਉਂਕਿ ਸਾਬਕਾ ਯੂਨੀਅਨ ਮਿਨਿਸਟਰ, ਬੜੇ ਸੀਨੀਅਰ ਆਗੂ, ਹੁਣ ਤੇ ਸਗੋਂ ਸੰਕੇਤ ਇਸ ਤਰ੍ਹਾਂ ਦੇ ਵੀ ਆ ਰਹੇ ਨੇ ਵੀ ਗੁਲਾਮ ਨਬੀ ਆਜ਼ਾਦ ਹੋ ਸਕਦਾ ਆਪਣੀ ਪਾਰਟੀ ਕੋਈ ਨਵੀਂ ਸ਼ੁਰੂ ਕਰ ਲੈਣ।
सोचती होएगी कि बर्बाद हो गया तो की जाने पंछी आजाद हो गया। तो ਪੰਕਤੀਆਂ ਵੀ ਯਾਦ ਆ ਗਈਆਂ। ਉਹ ਆਜ਼ਾਦ ਹੋਣ ਨੂੰ ਫਿਰਦੇ ਸੀਗੇ ਪਹਿਲਾਂ ਹੀ। ਜੀ ਤੁਸੀਂ ਦੇਖਿਆ ਹੋਣਾ ਹੈ, ਜਿੱਦਣ ਰਾਜ ਸਭਾ ਤੋਂ ਵਿਦਾਇਗੀ ਹੋਈ ਆ, ਮੋਦੀ ਸਾਹਿਬ ਨੇ ਰੁੱਗ ਭਰ ਕੇ ਮਿੱਠੇ ਬੋਲ ਸੁੱਟੇ ਉਹਨਾਂ ਲਈ। ਜੀ ਯੈਸ ਮਿੱਠੇ ਬੋਲ ਕਾਦੇ, ਮਿੱਠੇ ਚੌਲ ਹੀ ਸਮਝ ਲਓ। ਜੀ 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 ਤੇ ਗੱਲ ਤੇ ਉਧਰ, ਤੇ ਹੁਣ ਦੂਜੀ ਗੱਲ ਤੁਸੀਂ ਆਪਣੇ ਆਪ ਹੀ ਦੱਸ ਦਿੱਤੀ ਆ, ਕਿਉਂਕਿ ਕਸ਼ਮੀਰ ਦੀ ਹੱਦਬੰਦੀ ਹੋ ਚੁੱਕੀ ਆ, ਤੇ ਹੱਦਬੰਦੀ ਦੇ ਵਿੱਚ ਆਪਾਂ ਨੂੰ ਪਤਾ ਜੰਮੂ 'ਚ ਕਿਸ ਤਰ੍ਹਾਂ ਸੀਟਾਂ ਵਧਾ ਦਿੱਤੀਆਂ ਗਈਆਂ, ਜੀ। ਰਾਈਟ। ਦੂਜੀ ਚੀਜ਼ ਦੇਖੋ ਕਿ ਗੁਪਕਾਰ ਵਾਲਿਆਂ ਦੀ ਕੋਈ ਸਹਿਮਤੀ ਬਣ ਨਹੀਂ ਰਹੀ। ਤੀਜਾ ਇਹ ਹੈ ਕਿ ਬਾਹਰੀ ਵੋਟਰ ਨੂੰ ਉੱਥੇ ਹੱਕ ਦੇ ਦਿੱਤਾ ਗਿਆ, ਤਾਂ ਰਹਿੰਦੀ ਕਸਰ ਫਿਰ ਇਹਨਾਂ ਨੇ ਕੱਢਣੀ ਹੈ ਉੱਥੇ ਅਸਲ। ਸੋ ਕੁੱਲ ਮਿਲਾ ਕੇ ਗੇਮ ਤਾਂ ਸਪਸ਼ਟ ਤੌਰ ਤੇ ਨਜ਼ਰ ਆ ਰਹੀ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਇਕੱਲੇ ਗੁਲਾਮ ਨਬੀ ਆਜ਼ਾਦ ਹੋ ਰਹੀ ਹੈ। ਵੈਸੇ ਇਹ ਕਹਿ ਰਹੇ ਨੇ ਕਾਂਗਰਸੀ ਬਹੁਤ ਤੱਤੇ ਨੇ, ਇਹਨਾਂ ਨੂੰ ਪਤਾ ਹੈ ਕਿ ਅੱਗੇ ਕੀ ਹੋਣ ਜਾ ਰਿਹਾ। ਕਹਿੰਦੇ ਕਿ GNA, ਗੁਲਾਮ ਨਬੀ ਆਜ਼ਾਦ ਕਹਿੰਦੇ GNA ਦਾ ਜਿਹੜਾ DNA ਹੈ ਨਾ, ਉਹ ਮੋਡੀਫਾਈਡ ਹੋ ਗਿਆ। ਜਿਵੇਂ ਮੋਡੀਫਾਈਡ ਆਪਾਂ ਕਹਿ ਦਿੰਦੇ ਨਾ ਵਾਹਨ, ਕਹਿੰਦੇ ਮੋਡੀਫਾਈਡ ਹੋ ਗਿਆ। ਸੋ ਬੜੀ ਉਧਰ ਵੀ ਟਿਕਾ ਕੇ ਜਿਹੜੇ ਹੈਗੇ ਉਹਨਾਂ ਦੇ ਰਮੇਸ਼ ਜੀ, ਤਾਂ ਉਹਨਾਂ ਨੇ ਵੀ ਬੜੀ ਟਿਕਾ ਕੇ ਟਕੋਰ ਕੀਤੀ ਆ। ਤਾਂ ਗੱਲ ਸਿੱਧੀ ਸਾਫ਼ ਨਜ਼ਰ ਆ ਰਹੀ ਹੈ ਕਿ ਗੁਲਾਮ ਨਬੀ ਆਜ਼ਾਦ ਸਿਆਸਤ ਤੋਂ ਵੱਖ ਨਹੀਂ ਹੋ ਰਹੇ, ਕਾਂਗਰਸ ਤੋਂ ਵੱਖ ਹੋ ਰਹੇ ਆ। ਕਾਂਗਰਸ ਤੋਂ ਵੱਖ ਹੋਣ ਦਾ ਮਤਲਬ ਇਹ ਹੈ ਕਿ ਉਹ ਕਿਤੇ ਵੀ ਕਿਸੇ ਵੀ ਰੁੱਖ ਤੇ ਆਲਣਾ ਪਾ ਸਕਦੇ ਆ। ਜਿਵੇਂ ਲਵਲੀ ਨਿਰਮਾਨ ਨੇ ਕਿਹਾ ਸੀ ਨਾ, ਸੁੱਕੇ ਰੁੱਖ ਉੱਤੇ ਆਲਣਾ ਨਹੀਂ ਗੂੰਜਦਾ, ਤੂਫਾਨਾਂ 'ਚ ਸਬੱਬੀ ਬਚਦਾ। ਉਹਨੂੰ ਪਤਾ ਸੀ ਕਿ ਇੱਥੇ ਤੂਫਾਨਾਂ 'ਚ ਸਬੱਬੀ ਬਚਣਾ, ਉੱਥੇ ਆਪਾਂ ਕਿਤੇ ਨਾ ਕਿਤੇ ਵਧੀਆ ਸ਼ੈਲਟਰਿੰਗ 'ਚ ਜਾ ਸਕਦੇ। ਜੀ ਮਿੰਟੂ ਜੀ, ਇੱਕ ਇਹ ਗੱਲ ਦੱਸਿਓ, ਆਇਲਟਸ ਕੇਂਦਰਾਂ ਦੇ ਵਿੱਚ ਕੀ ਕੁਝ ਹੋ ਰਿਹਾ ਪੰਜਾਬ 'ਚ? ਇੱਕ ਦਿਨ ਪਹਿਲਾਂ ਵੀ ਤੁਸੀਂ ਇਸ ਬਾਰੇ ਗੱਲ ਸਾਂਝੀ ਕੀਤੀ ਸੀ, ਪਰ ਪੰਜਾਬ ਦੇ ਵਿੱਚ ਹੁਣ ਕੁਝ ਅਜਿਹੇ ਆਇਲਟਸ ਸੈਂਟਰ ਚੱਲ ਰਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਹੀ ਨਹੀਂ ਲੱਭ ਰਿਹਾ। ਕੀ ਵੇਰਵਾ ਜੀ ਇਸ ਗੱਲ ਦਾ? ਗੁਰਬਾਣੀ ਦੀਆਂ ਬਹੁਤ ਕਹਿ ਲਓ ਕਿ ਉਹਦਾ ਪੰਕਤੀਆਂ ਨੇ, ਉਹ ਕਹਿੰਦੇ ਕਿ ਆਪ ਡੋਬੈ ਕਿਉਂ ਪਿੱਤਰਾਂ ਤਾਰੈ। ਗੁਰਬਾਣੀ ਦੀਆਂ ਪਾਵਨ ਪੰਕਤੀਆਂ ਫਰਮਾਉਂਦੀਆਂ ਨੇ ਕਿ ਜਿਹੜਾ ਆਪ ਹੀ ਪੰਡਤ ਡੁੱਬਿਆ ਹੋਇਆ ਹੈ, ਉਹ ਪਿੱਤਰਾਂ ਨੂੰ ਕੀ ਤਾਰੇਗਾ ਜੀ। ਸੋ ਗੱਲ ਇਹ ਹੈ ਕਿ ਜਿਹੜੇ ਆਪ ਹੀ ਇਸ ਤਰ੍ਹਾਂ ਦੇ ਨੇ ਕਿ ਮੁੰਨਾ ਬਾਈ ਬਿਠਾ ਕੇ ਕਰਾਈ ਜਾਂਦੇ ਆ, ਜਾਂ ਇਸ ਤਰ੍ਹਾਂ ਕਮਾਈ ਲਈ ਉਹਨਾਂ ਦੀ ਰਜਿਸਟ੍ਰੇਸ਼ਨ ਹੀ ਨਹੀਂ ਕਿਤੇ ਲੱਭ ਰਹੀ, ਤਾਂ ਉਹ ਕਿਸ ਤਰ੍ਹਾਂ ਫਿਰ ਬੱਚੇ ਨੂੰ ਸਫ਼ਰ ਲਈ ਤੋਰਨਗੇ ਤੇ ਉਹਦਾ ਸਫ਼ਰ ਸੁਖਦ ਹੋਏਗਾ, ਇਹ ਆਪ ਹੀ ਸੋਚਿਆ ਜਾ ਸਕਦਾ ਹੈ। ਤਾਂ ਖੈਰ ਇਹ ਵੀ ਇੱਕ ਬੜੀ ਵੱਡੀ ਜਾਣਕਾਰੀ ਨਿਕਲੀ ਹੈ ਜੀ। ਇੱਕ RTI ਐਕਟਿਵਿਸਟ ਨੇ ਬ੍ਰਿਜਪਾਨ ਬੁਜਰਕ, ਉਹਨਾਂ ਨੇ ਪਟਿਆਲਾ ਜ਼ਿਲ੍ਹੇ ਦੀ ਸ਼ਾਇਦ ਮੰਗੀ ਸੀ ਜਾਣਕਾਰੀ ਕਿ ਕਿੰਨੇ ਆਈਲੈਟਸ ਸੈਂਟਰ ਨੇ ਉਰੇ ਜੀ। ਤਾਂ ਕਮਾਲ ਦੀ ਗੱਲ ਇਹ ਹੋਈ ਕਿ ਡਿਪਟੀ ਕਮਿਸ਼ਨਰ ਨੇ ਆਈਲੈਟਸ ਸੈਂਟਰ ਜਿੰਨੇ ਹੈਗੇ ਆ, ਤਾਂ ਉਹਨਾਂ ਬਾਰੇ ਕਿਹਾ ਕਿ ਤੁਸੀਂ ਏਦਾਂ ਕਰੋ, ਫਲਾਣੀ ਵੈਬਸਾਈਟ ਤੇ ਚਲੇ ਜਾਓ, ਉੱਥੇ ਸਾਰੀ ਜਾਣਕਾਰੀ ਮਿਲ ਜਾਣੀ ਹੈ। ਜਦੋਂ ਉਸ ਵੈਬਸਾਈਟ ਤੇ ਗਏ ਤਾਂ ਉਹਨਾਂ ਨੂੰ ਕੱਖ ਵੀ ਨਹੀਂ ਮਿਲਿਆ ਜੀ। ਫਿਰ ਉਸ ਤੋਂ ਬਾਅਦ ਮਾਮਲਾ ਅੱਗੇ ਚਲੇ ਗਿਆ ਸੂਚਨਾ ਕਮਿਸ਼ਨ ਦੇ ਕੋਲ, ਤਾਂ ਫਿਰ ਉੱਥੇ ਵੀ ਇਹੋ ਹੋਇਆ। ਉਹਨਾਂ ਨੇ ਕਿਹਾ ਕਿ ਸਾਰਾ ਰਿਕਾਰਡ ਜੀ ਜਿਹੜਾ ਹੈ ਉਹ ਸਾਈਟ ਤੇ ਪਿਆ, ਜਾ ਕੇ ਦੇਖੋ ਜੀ। ਪਰ ਕਮਾਲ ਦੀ ਗੱਲ ਹੈ ਕਿ ਬਾਵਜੂਦ ਇਸ ਦੇ ਉੱਥੇ ਕੁਝ ਨਹੀਂ। ਫਿਰ ਸਾਰੇ ਪੰਜਾਬ ਦਾ ਮਸਲੇ ਬਣ ਗਿਆ ਨਾ। ਤਾਂ ਕਹਿੰਦੇ ਕਿ ਸਾਰੇ ਹੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਵੱਲੋਂ ਸੈਂਟਰਾਂ ਦਾ ਰਿਕਾਰਡ ਜਿਹੜਾ ਉਹ ਸਾਈਟ ਤੇ ਹੋਣ ਦਾ ਦਾਅਵਾ ਕੀਤਾ ਗਿਆ। ਕਮਾਲ ਦੀ ਗੱਲ ਇਹ ਆ, ਪਰੰਤੂ ਕਿਸੇ ਦਾ ਵੀ ਨਹੀਂ ਲੱਭਦਾ ਹੀ ਨਹੀਂ ਹੈ। ਉਹ ਜਿਵੇਂ ਕਹਿੰਦੇ ਦੱਬਦਾ ਕਿੱਥੇ ਆ, ਤਾਂ ਕਹਿੰਦੇ ਕਿ ਡਾਟਾ ਲੱਭਦਾ ਕਿੱਥੇ ਆ ਜੀ। ਡਾਟਾ ਲੱਭਦਾ ਹੀ ਨਹੀਂ ਆਲੇ ਸੈਂਟਰਾਂ ਦਾ। ਹੁਣ ਦੇਖੋ ਸਾਰੇ ਤਾਂ ਨਹੀਂ ਆਪਾਂ ਕਹਿ ਸਕਦੇ, ਕੁਝ ਬਹੁਤ ਵਧੀਆ ਆਲੇ ਸੈਂਟਰ ਹੋਣਗੇ ਇਹਨਾਂ 'ਚ। ਵੈਸੇ ਚੰਨੀ ਸਾਹਿਬ ਤੇ ਸੋਚ ਰਹੇ ਸੀ ਕਿ ਕਹਿੰਦੇ ਕਿ ਆਪਾਂ ਹੀ ਆਪਦਾ ਹੀ ਲੈ ਆਈਏ। ਉਹ ਪਹਿਲਾਂ ਰਹੇ ਸੀਗੇ ਨਾ ਥੋੜਾ ਚਿਰ, ਸਿੱਖਿਆ ਮੰਤਰੀ ਵੀ ਰਹੇ ਸੀ, ਸੂਚਨਾ ਤਕਨੋਲੋਜੀ ਦਾ ਦਿਖਦੇ ਸੀਗੇ, ਉਚੇਰੀ ਸਿੱਖਿਆ ਦਾ ਮਾਮਲਾ। ਤੇ ਉਦੋਂ ਕਹਿੰਦੇ ਸੀ, ਕਹਿੰਦੇ ਮੈਂ ਸੋਚਦਾ ਕਹਿੰਦੇ ਕਿ ਆਪਾਂ ਆਪਦਾ ਹੀ ਲੈ ਆਈਏ ਸਾਰਾ ਆਲੇ ਸੈਂਟਰ ਵਾਲਾ ਕੰਮ, ਆਪ ਹੀ ਕਰੀਏ, ਜਾਂ ਲੋਨ ਦਿਆ ਕਰੀਏ ਵਿਦਿਆਰਥੀਆਂ ਨੂੰ ਮੋਟੇ। ਤਾਂ ਉਹਨਾਂ ਨੂੰ ਪਤਾ ਸੀ ਕਿ ਜੌਬ ਨਹੀਂ ਦੇ ਹੋਣੀ, ਤੇ ਏਦਾਂ ਇਹਨਾਂ ਨੂੰ ਵੀਜ਼ੇ ਦੇਈਏ ਆਪਾਂ ਥੱਬੇ ਪਰ ਕੇ। ਤਾਂ ਖੈਰ ਇਹ ਵਾਕਿਆ ਚਿੰਤਾਜਨਕ ਸਬਬ ਆ ਕਿ ਦੇਖੋ ਆਲੇ ਸੈਂਟਰ ਜਿਹੜੇ ਆ ਉਹ ਸਾਰੇ ਤਾਂ ਇਲੀਗਲ ਨਹੀਂ ਹੋਣੇ ਵਿਜੇ ਜੀ, ਇਹ ਤਾਂ ਸਾਫ਼ ਹੈ। ਸਾਰੇ 2 ਨੰਬਰ 'ਚ ਨਹੀਂ ਹੋਣਗੇ, ਇਹ ਤਾਂ ਆਪਾਂ ਨੂੰ ਪਤਾ ਹੈ। ਪਰ ਗੱਲ ਇਹ ਹੈ ਕਿ ਜਿਹੜੇ ਸਹੀ ਨੇ ਉਹ ਵੀ ਹੁਣ ਉਸੇ ਸ਼੍ਰੇਣੀ 'ਚ ਜੜ ਦਿੱਤੇ ਗਏ ਕਿ ਜਦੋਂ ਤੁਸੀਂ ਸੰਬੰਧਿਤ ਸਾਈਟ ਤੇ ਕੋਈ ਡਾਟਾ ਹੀ ਨਹੀਂ ਪਾ ਰੱਖਿਆ, ਫਿਰ ਆਈਲੈਟ ਸੈਂਟਰਾਂ ਵਾਲਿਆਂ ਦਾ ਕੀ ਹੈ ਕਿ ਉਹ ਕਹਿੰਦੇ ਬਾਣੀਏ ਨੂੰ ਕੀ ਦੋਸ਼, ਪੈਸਾ ਤੇ ਤੁਹਾਡਾ ਖੋਟਾ ਹੈ। ਤਾਂ ਤੁਸੀਂ ਦੇਖਣਾ ਰਿਕਾਰਡ ਜਿਹੜਾ ਚੱਕਣਾ, ਰਿਕਾਰਡ ਨੂੰ ਅਪਲੋਡ ਕਰਨਾ, ਵਾਕਿਆ ਇਹ ਬਹੁਤ ਵੱਡੀ ਗੱਲ। ਔਰ ਅੱਜ ਦੇ ਸਮੇਂ 'ਚ ਵੀ ਜੇ ਤੁਸੀਂ ਦੇਖੋਗੇ, ਵੈਸੇ ਮੈਂ ਤੁਹਾਨੂੰ ਦੱਸ ਦੇਵਾਂ RTI ਦਾ ਵੀ ਇਹ ਹਾਲ ਹੈ। ਜੇ ਤੁਸੀਂ ਇਹਨਾਂ ਦੇ ਪੋਰਟਲ ਤੇ ਚੱਲ ਜਾਓਗੇ, ਡਿਜੀਟਲ ਪੰਜਾਬ ਵਾਲੇ ਪੋਰਟਲ ਤੇ ਚੱਲ ਜਾਓਗੇ ਆਨਲਾਈਨ RTI ਅਪਲਾਈ ਕਰਨ ਵਾਸਤੇ ਵੀ ਜੀ, ਉਹਦੇ ਵਿੱਚ CMO ਤੱਕ ਨਹੀਂ ਹੈਗਾ। ਹਿਸਾਬ ਲਾ ਲਓ, CMO ਤੱਕ ਨਹੀਂ ਹੈਗਾ। ਚੀਫ ਮਿਨਿਸਟਰ ਨੂੰ ਤੁਸੀਂ RTI ਨਹੀਂ ਫਾਈਲ ਕਰ ਸਕਦੇ, ਸੋ ਉਹਦੇ ਦਾਇਰੇ ਤੋਂ ਬਾਹਰ ਹੈ, ਮਿਨਿਸਟਰੀ ਨੂੰ ਨਹੀਂ ਕਰ ਸਕਦੇ।
ਸੋ ਗੱਲ ਇਹ ਹੈ ਕਿ ਸਾਰੇ ਪਾਸੇ ਹੀ ਇਸ ਪਾਸੇ ਦੇਖਣਾ ਪਊਗਾ ਤੁਹਾਨੂੰ ਕਿ ਤੁਸੀਂ ਜੋ ਚੀਜ਼ਾਂ ਡਿਜੀਟਲੀ ਲਿਆ ਸਕਦੇ ਹੋ ਲੋਕਾਂ ਦੇ ਵਿੱਚ ਉਹ ਤਾਂ ਲਿਆਓ। ਫਿਰ ਤੁਸੀਂ ਕਹਿੰਦੇ ਹੋ ਠੱਗੀਆਂ ਹੋ ਗਈਆਂ, ਇਹ ਹੋ ਗਿਆ ਜੀ। ਜਦੋਂ ਇਰਾਕ ਦੇ ਵਿੱਚ ਆਪਣੇ ਪੰਜਾਬੀ ਮਰ ਗਏ ਸਨ ਉਦੋਂ ਕਿੰਨਾ ਮੁੱਦਾ ਉੱਠਿਆ ਸੀ ਕਿ ਬਈ ਕੋਈ ਡਾਟਾ ਹੀ ਨਹੀਂ ਹੈਗਾ, ਕੋਈ ਕਿੱਧਰ ਨੂੰ ਜਾ ਰਿਹਾ ਇਹਨਾਂ ਦੇਸ਼ਾਂ ਦੇ ਵਿੱਚ, ਕੋਈ ਕਿੱਧਰ ਆ ਰਿਹਾ, ਕੋਈ ਕਿਸੇ ਕੋਲ ਡਾਟਾ ਨਹੀਂ ਹੈਗਾ। ਤੁਸੀਂ ਹੋਰ ਦੇਖੋ ਕਿ ਮੈਂ ਗੱਲ ਦੇਖ ਰਿਹਾ ਸੀਗਾ ਆ ਜਿਹੜੀ ਕੈਨੇਡਾ ਦੇ ਵਿੱਚ ਹੁਣ ਬੱਚਿਆਂ ਦੀ ਆਉਣੀ ਆ, ਪੋਸ਼ ਆਉਣੇ ਤੁਹਾਡੇ ਕੋਲ ਬੈਚ ਆਉਣੇ ਆ, ਇਹਨੂੰ ਇਨਟੇਕ ਕਹਿੰਦੇ ਹੋ ਨਾ ਤੁਸੀਂ? ਇਨਟੇਕ, ਹਾਂਜੀ, ਸੈਪਟੈਂਬਰ ਇਨਟੇਕ। ਹਾਂਜੀ, ਸਾਡੇ ਇੱਕ ਰਿਸ਼ਤੇਦਾਰ ਨੇ ਆਉਣਾ, ਮੁੰਡੇ ਨੇ, ਬੱਚੇ ਨੇ ਸਾਡੇ ਨੇ, ਤੇ ਮੈਨੂੰ ਪੁੱਛਿਆ ਪੁੱਤਰ ਟਿਕਟ ਕਿੰਨੇ ਦੀ ਲਈ ਹੈ? ਤਾਂ ਉਹਨੇ ਮੈਨੂੰ ਦੱਸਿਆ ਪੌਣੇ 2 ਲੱਖ ਦੀ। ਵਨ ਵੇ? ਪੌਣੇ 2 ਲੱਖ ਦੀ। ਹਾਂਜੀ, ਆਉਣ ਦੀ ਪੌਣੇ 2 ਲੱਖ ਦੀ। ਤੁਸੀਂ ਹਿਸਾਬ ਲਾ ਲਓ ਕਿ ਇਸ ਤੋਂ ਵੱਡਾ ਮਾਫੀਆ ਕੀ ਹੋਏਗਾ। ਨਾਰਮਲੀ ਕਿੰਨੀ ਟਿਕਟ ਹੁੰਦੀ ਹੈ ਤੁਹਾਡੀ ਇੱਕ ਪਾਸੇ ਦੀ? ਹੱਦ 50,000, 60,000, 70,000 ਇਹੀ ਹੋਏਗਾ ਨਾ ਰੇਟ। ਤਾਂ ਕਿੱਥੇ ਇਹ ਰੇਟ ਹੈ ਤੇ ਕਿੱਥੇ ਆ ਦੇਖ ਲਓ ਤੁਸੀਂ ਇਹ ਕੀ ਚੱਲ ਰਿਹਾ, ਕਿਉਂਕਿ ਇੱਥੇ ਇਸ ਪਾਸੇ ਤੇ ਆ ਨਹੀਂ ਹੈ ਨਹੀਂਗਾ। ਹੁਣ ਮੈਂ ਲੱਗਿਆ ਹੋਇਆ, ਆਪਾਂ ਅਗਲੀ ਵੀਕ ਇਹਦੇ ਤੇ ਕਰਾਂਗੇ ਥੋੜਾ ਕਿ ਕਿੱਥੇ ਇਹ ਸਭ ਕੁਝ ਹੋ ਰਿਹਾ, ਕਿਵੇਂ ਹੋ ਰਿਹਾ। ਮੈਂ ਤਾਂ ਜੇ ਜਾਣ ਕੇ ਹੈਰਾਨ ਰਹਿ ਗਿਆ ਕਿ ਬਹੁਤ ਸਾਰੇ ਬੱਚੇ ਇਦਾਂ ਦੇ ਮਿਲੇ ਜਿਹੜੇ 2-2 ਲੱਖ ਰੁਪਏ ਦੀ ਟਿਕਟ ਖਰੀਦ ਰਹੇ ਨੇ ਇਹਨਾਂ ਦਿਨਾਂ 'ਚ, ਕਿਉਂਕਿ ਟਾਈਮ ਥੋੜਾ। ਇਹ ਬਹੁਤ ਵੱਡੀ, ਇਸ ਪਾਸੇ ਕਹ ਲਈਏ ਕਿ ਬਹੁਤ ਵੱਡੀ ਧਾਂਦਲੇਬਾਜ਼ੀ ਹੈ, ਬਹੁਤ ਵੱਡਾ ਗਵਨ ਸ਼ਵਨ ਹੋ ਰਿਹਾ। ਪਰ ਸਰਕਾਰ ਜੋ ਕੁਝ ਕਰ ਸਕਦੀ, ਬੜਾ ਈਜ਼ੀਲੀ ਕਰ ਸਕਦੀ, ਉਹ ਵੀ ਕਰਨ ਤੋਂ ਇਨਕਾਰੀ ਹੋਈ ਪਈ ਹੈ। ਮਿੰਟੂ ਜੀ ਇਹ ਦੱਸਿਓ, ਜਿਹੜੇ ਸਾਬਕਾ ਡੀਐਸਪੀ ਸੇਖੋਂ ਉਹ ਵੀ ਹੁਣ ਆਸ਼ੂ ਦੇ ਉਲਟ ਵਿਜੀਲੈਂਸ ਦੇ ਕੋਲ ਪਹੁੰਚ ਗਏ ਨੇ, ਤੇ ਉਹੀ ਸਾਬਕਾ ਡੀਐਸਪੀ ਨੇ ਜਿਨ੍ਹਾਂ ਦੇ ਨਾਲ ਇੱਕ ਟੈਲੀਫੋਨ ਕਾਲ ਬੜੀ ਵਾਇਰਲ ਹੋਈ ਸੀ। ਹੁਣ ਵੀ ਗਾਹੇ ਬਗਾਹੇ ਉਹ ਆਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆ ਜਾਂਦੀ ਹੈ, ਜਿਹਦੇ ਵਿੱਚ ਆਸ਼ੂ ਵੱਲੋਂ ਡੀਐਸਪੀ ਨੂੰ ਬਹੁਤ ਜ਼ਿਆਦਾ ਬੇਬੁਨਿਆਦ ਝਾੜ ਝੰਬ ਕੀਤੀ ਜਾ ਰਹੀ ਸੀ। ਪਰ ਤੁਸੀਂ ਉਸ ਆਡੀਓ ਦੇ ਵਿੱਚੋਂ ਇੱਕ ਗੱਲ ਨੋਟ ਕਰਕੇ ਕਦੇ ਹੈਰਾਨ ਨਹੀਂ ਹੋਏ ਕਿ ਸੇਖੋਂ ਸਾਹਿਬ ਉਸ ਵੇਲੇ ਵੇਖੋ ਕਿੰਨੇ ਬੀਬੇ ਬਣ ਕੇ ਸੁਣੀ ਗਏ ਜੀ। ਪਰ ਨਹੀਂ ਤਾਂ ਬੋਲਬਾਣੀ ਤੁਹਾਨੂੰ ਪਤਾ ਉਹਨਾਂ ਦੀ ਵੀ ਕਿਸ ਤਰ੍ਹਾਂ ਦੀ ਹੈ। ਅੱਜ ਵੀ ਅੱਗੇ ਲਾ ਲਿਓ ਉਹਨਾਂ ਨੇ ਕਾਂਗਰਸੀ, ਕਹਿੰਦੇ ਚੋਰੋ ਬਾਹਰ ਆਓ, ਉਹ ਜਿੱਥੇ ਤੰਬੂ ਜਿਹਾ ਗੱਡ ਰੱਖਿਆ ਉਹਨਾਂ ਨੇ, ਤੇ ਉਹ ਕਹਿੰਦੇ ਜੀ ਰਾਜਾ ਬਣੇਗਾ ਤਾਂ ਹੈਗਾ, ਇਹ ਚੋਰਾਂ ਦਾ ਸਰਦਾਰ ਮੇਰੇ ਨਾਲ ਆ ਕੇ ਬਹਿਸ ਕਰੇ, ਮਤਲਬ ਕਿ ਖਾਸਾ ਬੋਲਿਆ ਉਹਨਾਂ ਨੇ ਜੀ। ਕੱਲਾ ਨਾ ਸਿਰਫ ਆਸ਼ੂ ਨੂੰ ਫਸਾਉਣ ਦਾ ਯਤਨ ਕਰ ਰਹੇ ਨੇ, ਬਲਕਿ ਲਲਕਾਰ ਰਹੇ ਨੇ ਕਿ ਭਾਈ ਆਓ ਮੇਰੇ ਸਾਹਮਣੇ ਆ ਕੇ ਗੱਲ ਕਰੋ। ਤੇ ਇੱਥੋਂ ਤੱਕ ਕਰੇ ਕਿ ਇਹ ਸਿਰਫ ਤੇ ਸਿਰਫ ਡਰਾਵਾ ਦੇ ਰਹੇ ਨੇ, ਆਪ ਵੀ ਡਰੇ ਹੋਏ ਨੇ ਕਿ ਵਿਜੀਲੈਂਸ ਦੀ ਕਾਰਵਾਈ ਸਾਡੇ ਤੇ ਨਾ ਹੋ ਜਾਵੇ। ਤੇ ਦੂਜੀ ਗੱਲ ਇਹ ਆ ਕਿ ਸੇਖੋਂ ਨੇ ਅੱਜ ਇੱਕ ਹੋਰ ਸ਼ਿਕਾਇਤ ਕਰ ਦਿੱਤੀ ਆ। ਵੈਸੇ ਉਹ ਮਾਮਲਾ ਪਹਿਲਾਂ ਵੀ ਉੱਭਰਿਆ ਸੀਗਾ, ਗੁੜ ਮੰਡੀ ਦੇ ਵਿੱਚ ਜਿਹੜਾ ਬਲਾਸਟ ਹੋਇਆ ਲੁਧਿਆਣੇ 1992 ਦੇ ਕਰੀਬ, ਤਾਂ ਉਹਦਾ ਮਾਮਲਾ ਫਿਰ ਅੱਜ ਇਹਨਾਂ ਨੇ ਜਿਹੜਾ ਕਿ ਅਦਾਲਤੀ ਕਿਤੇ ਰਿਹਾ ਹੈ ਕਿਸੇ ਟਾਈਮ, ਤਾਂ ਅੱਜ ਫਿਰ ਇਹਨਾਂ ਨੇ ਪੁੱਟ ਕੇ ਲਿਆਂਦਾ। ਕਹਿੰਦੇ ਆ ਕਿ ਲਓ ਬਈ ਇਹਦੇ ਚ ਮੈਂ ਖੁਦ ਗਵਾਹੀ ਦੇਵਾਂਗਾ ਇੱਕ ਨਾਗਰਿਕ ਦੇ ਤੌਰ ਤੇ। ਤਾਂ ਹੁਣ ਜੇ ਦੇਖੋ ਕੇਸ ਫੇਰ ਪਿੱਛੇ ਨੂੰ ਚਲੇ ਗਿਆ, ਤੁਹਾਨੂੰ ਯਾਦ ਹੋਏਗਾ ਪਿੱਛੇ ਜੇ ਵਿਰਸਾ ਸਿੰਘ ਵਲਟੋਆ ਤੇ 36 ਸਾਲਾਂ ਬਾਅਦ ਕਹ ਲਓ ਕੇਸ ਚੱਲ ਪਿਆ ਸੀਗਾ, 36 ਸਾਲ ਬਾਅਦ, ਹਾਲਾਂਕਿ ਬਰੀ ਹੋ ਗਏ ਬਾਅਦ ਚ ਜੀ। ਪਰ ਇਸ ਤਰ੍ਹਾਂ ਖੱਜਲ ਖੁਆਰੀ ਤਾਂ ਵੱਧ ਜਾਂਦੀ ਹੈ ਨਾ, ਬਹੁਤ ਜ਼ਿਆਦਾ ਖੱਜਲ ਖੁਆਰੀ ਵੱਧ ਜਾਂਦੀ ਹੈ। ਤਾਂ ਇਸ ਕਰਕੇ ਅੱਜ ਉੱਥੇ ਕਾਫੀ ਗਹਿਮਾ ਗਹਿਮੀ ਵਾਲਾ ਮਾਹੌਲ ਰਿਹਾ, ਕਾਫੀ ਜ਼ਿਆਦਾ ਕਹਿ ਲਓ ਕਿ ਮਾਹੌਲ ਤਲਖੀ ਵਾਲਾ ਹੋ ਗਿਆ। ਕਾਂਗਰਸੀ ਆਏ ਨਹੀਂ ਸਾਹਮਣੇ, ਨਹੀਂ ਤੇ ਇੱਥੋਂ ਤੱਕ ਕਹਿ ਰਹੇ ਸੀਗੇ ਕਿ ਇਹਨਾਂ ਦਾ ਟੈਂਟ ਪੱਟੋ। ਟੈਂਟ ਪੱਟਣ ਤੋਂ ਭਾਵ ਕੀ ਹੈ ਕਿ ਭਾਈ 144 ਲੱਗੀ ਵੀ ਹੈ ਸ਼ਹਿਰ ਦੇ ਵਿੱਚ, ਤੇ ਇਹਨਾਂ ਨੂੰ ਕਿਉਂ ਬੈਠਣਾ ਤੁਸੀਂ ਅਲਾਉ ਕਰ ਰਹੇ ਹੋ ਜੀ। ਤਾਂ ਇਹੀ ਹੈ ਇਸ ਟਾਈਮ ਜੇ ਆਪਾਂ ਦੇਖੀਏ ਤਾਂ ਕਾਂਗਰਸੀਆਂ ਵਾਸਤੇ ਤਾਂ ਕਹੀਏ ਕਿ ਕਿਸੇ ਪਾਸਿਓਂ ਵੀ ਨਾ ਕੋਈ ਠੰਡਾ ਬੁੱਲਾ ਨਹੀਂ ਆਉਂਦਾ ਪਿਆ, ਸਾਰੇ ਪਾਸਿਓਂ ਹੀ ਕਹਿ ਲਓ ਕਿ ਤੱਤੀ ਲੋ ਪਈ ਵਗਦੀ ਆ। ਕੀ ਸੇਖੋ ਹੈ, ਵੈਸੇ ਮੈਂ ਕਦੇ ਕਦੇ ਸੋਚਦਾ ਕਿ ਸੇਖੋ ਕਹਿੰਦਾ ਹੋਣਾ ਕਿ ਚੰਗਾ ਹੀ ਆ ਕਿ ਮੈਂ ਸਰਵਿਸ ਚੋਂ ਬਾਹਰ ਆ ਗਿਆ, ਤੇ ਨਹੀਂ ਤਾਂ ਉੱਥੇ ਤਾਂ ਬੰਦਾ ਖੁੱਲ ਕੇ ਬੋਲ ਨਹੀਂ ਸਕਦਾ। ਪਰ ਇਹੋ ਜਿਹੇ ਬੰਦੇ ਦਾ ਚੁੱਪ ਰਹਿਣਾ ਵੀ ਨਹੀਂ ਬਣਦਾ। ਪਰ ਕਈ ਵਾਰ ਸੇਖੋ ਸਾਹਿਬ ਬਹੁਤ ਜ਼ਿਆਦਾ ਹੀ ਬੋਲ ਜਾਂਦੇ, ਤੁਹਾਨੂੰ ਪਤਾ ਹੀ ਆ। ਪਰ ਅੱਜ ਉਹਨਾਂ ਨੇ ਕੁਝ ਹੋਰ ਵੀ ਕਹਿ ਲਓ ਕਿ ਇਹ ਜਿਹੜੇ ਮਾਮਲੇ ਨੇ ਕਰਪਸ਼ਨ ਨਾਲ ਜੁੜੇ, ਉਹ ਇਕੱਠੇ ਕਰਕੇ ਫਾਈਲ ਦੇ ਰੂਪ ਦੇ ਵਿੱਚ ਵਿਜੀਲੈਂਸ ਦੇ ਮੋਹਰੇ ਰੱਖ ਦਿੱਤੇ ਆ ਕਿ ਲਓ ਬਈ ਹੁਣ ਥੋੜੀ ਜਿਹੀ ਕਾਰਵਾਈ ਇੱਧਰ ਵੀ ਪਾਓ ਜੀ। ਅੱਛਾ, ਇੱਕ ਇਹ ਦੱਸਿਓ ਮਿੰਟੂ ਜੀ, ਫੈਂਸੀ ਨੰਬਰਾਂ ਵਾਲਾ ਘੁਟਾਲਾ ਹਾਈ ਕੋਰਟ ਨੇ ਰਿਪੋਰਟ ਤਲਬ ਕੀਤੀ ਆ, ਕੀ ਵੇਰਵਾ ਜੀ ਇਸ ਗੱਲ ਦਾ? ਦੇਖੋ ਬੜਾ ਸਿੰਪਲ ਆ, ਅੱਜ ਕੱਲ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਟ੍ਰੈਂਡ ਆ, ਸ਼ਾਇਦ ਐਨਆਰਆਈਜ਼ ਦੀਆਂ ਗੱਡੀਆਂ ਤੇ ਵੀ ਨੰਬਰ ਤੁਸੀਂ ਕਿਤੇ ਲੱਗੇ ਵੇਖੇ ਹੋਣੇ ਆ, 1 ਹੈ ਜੀ, 001 ਹੈ, 007 ਹੈ, ਕਰੇਜ਼ ਹੈ ਵੈਸੇ ਜੀ, ਕਰੇਜ਼ ਹੈ। ਤਾਂ ਉਹ ਹੁਣ ਸਾਡੇ ਇੱਥੇ ਕਈਆਂ ਦਾ 786 ਨੰਬਰ, ਮਨਪ੍ਰੀਤ ਬਾਦਲ ਦੇ ਜਿਹਨੇ ਉਹ ਇੱਕ ਘੜੂਕਾ ਜਿਹਾ ਲਈ ਫਿਰਦੇ ਹੁੰਦੇ ਨਾ ਕਈ ਵਾਰ ਜੀਪੜਾ ਜਿਹਾ, ਉਹਦਾ ਵੀ ਮਿਲਦਾ ਨੰਬਰ ਉਹੀ ਆ, ਜ਼ਿਆਦਾਤਰ ਉਹ 786 ਵਾਲਾ ਨੰਬਰ। ਇਸ ਤਰ੍ਹਾਂ ਮਤਲਬ ਕਿ ਇਹ ਕਰੇਜ਼ ਹੈ ਇੱਧਰ, ਤਾਂ ਫੈਂਸੀ ਨੰਬਰਾਂ ਦੀ ਇੱਥੇ ਲੱਗਦੀ ਹੈ ਬੋਲੀ। 786 ਤੇ ਮਿੰਟੂ ਜੀ ਮੈਂ ਗਲਤ ਨਾ ਹੋਵਾਂ, ਇਸਲਾਮ ਭਾਈਚਾਰੇ ਦੇ ਵਿੱਚ ਉਹਨੂੰ ਬੜਾ ਲੱਕੀ ਨੰਬਰ ਮੰਨਿਆ ਜਾਂਦਾ।
ਤੇ ਕੋਈ ਗੱਲ ਨਹੀਂ ਹੈ ਜੀ। ਤੇ ਉਹ ਤੁਹਾਨੂੰ ਪਤਾ ਹੀ ਉਰਦੂ ਫਾਰਸੀ ਇਹ ਕਿਹੜਾ ਨਹੀਂ ਜਾਣਦੇ ਹੈਗੇ ਫਿਰ ਮਨਪ੍ਰੀਤ ਬਾਦਲ ਹੋਰੀ। ਇਹ ਤਾਂ ਬਹੁਤ ਬੋਲਦੇ ਨੇ। ਇਹ ਤਾਂ ਪੱਤਰਕਾਰਾਂ ਨੂੰ 5-7 ਸ਼ੇਰ ਸੁਣਾ ਕੇ ਤੇ ਬਸ ਚਲੇ ਜਾਂਦੇ ਆ। ਹੁਣ ਵੈਸੇ ਇਹਨਾਂ ਤੇ ਵੀ ਕਾਰਵਾਈ ਜਿਹੜੀ ਉਹ ਖੁੱਲ ਗਈ ਆ, ਜਿਵੇਂ ਗੱਲ ਚੱਲ ਰਹੀ ਸੀ ਦੋਸ਼ਾਂ ਤੋਂ ਬਾਅਦ ਕਹਿੰਦੇ ਆ ਕਿ ਵਿਜੀਲੈਂਸ ਨੇ ਇਹਨਾਂ ਦੇ ਵੀ ਪੱਤਰੇ ਫੋਲਣੇ ਸ਼ੁਰੂ ਕਰ ਦਿੱਤੇ ਆ। ਤਾਂ ਖੈਰ ਦੇਖੋ ਗੱਲ ਕੀ ਹੈ ਕਿ ਫੈਂਸੀ ਨੰਬਰ ਵਾਲਾ ਮਸਲਾ ਜਿਹੜਾ ਸੀਗਾ ਉਹ ਕੋਰਟ ਦੇ ਵਿੱਚ ਗਿਆ ਸੀਗਾ। ਕਿਉਂਕਿ ਇੱਕ ਡੀਟੀਓ ਨੇ ਕੀ ਕੀਤਾ, ਫਿਰੋਜ਼ਪੁਰ ਦਾ ਡੀਟੀਓ, ਖੁਦ ਡੀਟੀਓ ਉਹਨੇ ਕੀ ਕੀਤਾ, ਚੱਕ ਕੇ ਆਪਣੀ ਗੱਡੀ ਤੇ ਨੰਬਰ ਚੇਪਤਾ ਆਪਦਾ। ਜਿਵੇਂ ਪਿੱਛੇ ਜੇ ਇੱਕ ਵਿਧਾਇਕ ਨਹੀਂ ਸੀ ਚੇਪੀ ਫਿਰਦਾ ਇਹਨਾਂ ਦਾ, ਆਮ ਆਦਮੀ ਪਾਰਟੀ ਵਾਲਿਆਂ ਦਾ, ਉਹਨੂੰ ਪੁੱਛਿਆ ਕਹਿੰਦਾ ਮੈਂ ਟੈਕਸ ਭਰਿਆ ਜੀ, ਟੈਕਸ ਭਰਿਆ। ਤੋ ਜਿਹੜਾ ਆਫੀਸਰ ਸੀਗਾ ਉਹ ਕਹਿੰਦਾ ਜੀ ਟੈਕਸ ਭਰੇ ਦਾ ਮਤਲਬ ਇਹ ਥੋੜੀ ਹੈ ਕਿ ਵੀਆਈਪੀ ਨੰਬਰ ਲੈ ਲੋਗੇ, ਨੰਬਰ ਤਾਂ ਆਫਿਸ ਚੋਂ ਕੋਈ ਲਾਟ ਹੀ ਨਹੀਂ ਹੋਇਆ। ਤਾਂ ਚਲੋ ਕੋਈ ਗੱਲ ਨਹੀਂ, ਟੈਕਸ ਭਰ ਕੇ ਆਪ ਹੀ ਚੇਪ ਲਓ, ਘਰੇ ਹੀ ਬਣਾ ਲਓ। ਤਾਂ ਇਦਾਂ ਕਿ ਇਹਨੇ ਕੀ ਕੀਤਾ ਕਿ ਆਪ ਹੀ ਉਹ ਨੰਬਰ ਚੇਪ ਲਿਆ, ਫੈਂਸੀ ਨੰਬਰ। ਤੇ ਆਰਟੀਆਈ ਐਕਟਿਵਿਸਟ ਨੇ ਕਿਸੇ ਨੇ ਕਢਾ ਲਏ। ਬਾਅਦ ਚ ਜਦੋਂ ਸੂਚੀ ਕੱਢੀ ਤਾਂ ਬਹੁਤ ਸਾਰੇ ਨੰਬਰ ਸੀਗੇ ਫੈਂਸੀ ਨੰਬਰ, ਜਿਹੜੇ ਕਿ ਜਿਹੜਾ ਬੇਸ ਪ੍ਰਾਈਸ ਹੈ ਉਹਦੇ ਤੋਂ ਵੀ ਹੇਠਾਂ ਚੁਕਾ ਦਿੱਤੇ ਗਏ ਕਿ ਚੱਕ ਲਓ। ਤਾਂ ਜ਼ਿਆਦਾਤਰ ਇਹ ਅਕਾਲੀ ਰਾਜ ਵੇਲੇ ਹੋਇਆ ਸੀਗਾ। ਤਾਂ ਉਹ ਫਿਰ ਕੋਵਿਡ ਤੋਂ ਪਹਿਲਾਂ ਇਹ ਮਾਮਲਾ ਉੱਥੇ ਗਿਆ ਸੀਗਾ ਹਾਈ ਕੋਰਟ 'ਚ, ਤੇ ਉਸ ਤੋਂ ਬਾਅਦ ਸਟੇ ਹੋ ਗਿਆ ਕਿਉਂਕਿ ਹਾਈ ਕੋਰਟ ਜਿਹੜਾ ਸੀਗਾ ਉਸ ਵੇਲੇ ਕੋਵਿਡ ਦੇ ਵਿੱਚ ਕੇਸ ਨਹੀਂ ਸੀ ਸੁਣ ਰਿਹਾ। ਹੁਣ ਉਹਨਾਂ ਨੇ ਕਿਹਾ ਕਿ ਸਟੇਟਸ ਰਿਪੋਰਟ ਦਾਖਲ ਕਰੋ, ਬਈ ਕੀ ਕੀਤਾ ਇਸ ਮਾਮਲੇ ਦੇ ਵਿੱਚ, ਕੀ ਤੁਹਾਡੀ ਕਾਰਵਾਈ ਹੈ, ਹੁਣ ਇਹਨਾਂ ਨੂੰ ਦੱਸਣਾ ਪਏਗਾ। ਪਰ ਇਹ ਵੀ ਹੈਰਾਨੀਜਨਕ ਗੱਲ ਆ ਕਿ ਜਿਹੜੇ ਆਫੀਸਰਸ, ਜਿਹੜੇ ਇਸ ਤਰ੍ਹਾਂ ਦੇ ਅਫਸਰ ਆ ਜਿਨ੍ਹਾਂ ਨੇ ਸਾਰੀ ਕਾਰਵਾਈ ਨੂੰ ਅੰਜਾਮ ਦੇਣਾ, ਉਹ ਖੁਦ ਹੀ ਆਪਣੇ ਨੰਬਰ ਆਪ ਚੇਪੀ ਜਾਂਦੇ ਤਾਂ ਕੀ ਕਰੇਗਾ ਕੋਈ। ਜੀ ਮਿੰਟੂ ਜੀ, ਇੱਕ ਬਰੀਫਲੀ ਗੱਲ ਦੱਸਿਓ, ਸੋਨਾਲੀ ਫੋਗਾਟ ਦੀ ਮੌਤ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਜੋ ਗੱਲਾਂ ਬਾਤਾਂ ਸਾਹਮਣੇ ਆਈਆਂ, ਤੁਸੀਂ ਦੱਸ ਰਹੇ ਸੀ ਇੱਕ ਦਿਨ ਕਿ ਉਹਨਾਂ ਦੇ ਭਰਾ ਨੇ ਬੜੇ ਸੰਗੀਨ ਦੋਸ਼ ਲਗਾਏ ਸੋਨਾਲੀ ਫੋਗਾਟ ਦੇ ਪੀਏ ਦੇ ਉੱਤੇ, ਮੇਰੇ ਖਿਆਲ ਤੁਸੀਂ ਦੱਸਿਆ ਸੀ। ਤੇ ਹੁਣ ਕੁਝ ਹੋਰ ਡਿਟੇਲਸ ਸਾਹਮਣੇ ਆਈਆਂ ਨੇ, ਕੀ ਵੱਡੇ ਖੁਲਾਸੇ ਹੋ ਰਹੇ ਨੇ ਜੀ ਇਸ ਮਾਮਲੇ 'ਚ? ਹੋਰ ਦੇਖੋ, ਉਹਨਾਂ ਤੇ ਪਰਚਾ ਹੋ ਗਿਆ ਸੀਗਾ ਪੀਏ ਤੇ, ਰਾਈਟ, ਤੇ ਉਹਦਾ ਫਰੈਂਡ ਹੈ ਕੋਈ, ਉਹਦੇ ਤੇ, ਦੋਨਾਂ ਤੇ ਹੋ ਗਿਆ। ਉਹ 3 ਜਣੇ ਸੀਗੇ ਉੱਥੇ ਗੋਆ ਦੇ ਵਿੱਚ। ਪਹਿਲੀ ਗੱਲ ਕਿ ਸ਼ੂਟ ਨਹੀਂ ਸੀਗਾ, ਪਹਿਲੀਆਂ ਰਿਪੋਰਟਾਂ ਇਹ ਆਈਆਂ ਸੀਗੀਆਂ ਕਿ ਸ਼ੂਟ ਵਾਸਤੇ ਗਏ ਸਨ। ਦੂਜੀ ਗੱਲ ਇਹ ਆ ਕਿ ਇੱਕ ਵੀਡੀਓ ਅੱਜ ਵਾਇਰਲ ਹੋ ਰਿਹਾ ਤੇਜ਼ੀ ਨਾਲ ਕਿ ਉਹ ਸਵੇਰੇ 4 ਵਜੇ ਨਿਕਲ ਰਹੇ, ਲੜਖੜਾ ਰਹੇ ਨੇ, ਬਾਰ ਚੋਂ ਨਿਕਲ ਰਹੇ ਨੇ ਜਾਂ ਪੱਬ ਚੋਂ ਨਿਕਲ ਰਹੇ ਨੇ, ਕਿਤੋਂ ਨਿਕਲ ਰਹੇ ਨੇ ਉਹ, ਪੂਰੇ ਧੁੱਤ ਹੈ। ਉਸ ਤੋਂ ਬਾਅਦ ਪੁਲਿਸ ਇੱਕ ਦਾਵਾ ਕਰ ਰਹੀ ਹੈ ਕਿ ਇਹ ਉੱਥੇ ਵਾਸ਼ਰੂਮ 'ਚ ਗਏ ਨੇ ਤੇ 2 ਘੰਟੇ ਬੈਠੇ ਰਹੇ ਤਿੰਨੇ। ਉਸ ਤੋਂ ਬਾਅਦ ਫਿਰ ਮੌਤ ਹੁੰਦੀ ਹੈ। ਮੌਤ ਮਤਲਬ ਕਿ ਦਿਨੇ ਹੁੰਦੀ ਹੈ, ਸਾਰੀ ਰਾਤ ਇਹ ਪਾਰਟੀ ਕਰਦੇ ਰਹੇ ਨੇ। ਹੁਣ ਦੋਸ਼ ਜਿਹੜਾ ਲੱਗਿਆ ਵਾ, ਦੇਖੋ ਫੈਮਿਲੀ ਮੈਟਰ ਹੈਗਾ ਇਹਦੇ 'ਚ ਵੀ ਜੀ। ਫੈਮਿਲੀ ਮੈਟਰ ਇਉਂ ਆ ਕਿ ਸੋਨਾਲੀ ਇਹਨਾਂ ਤੋਂ ਅਲੱਗ ਰਹਿੰਦੀ ਸੀ, ਤਾਂ ਇਹਨਾਂ ਦੀ ਤਾਂ ਆਪਸ ਦੇ ਵਿੱਚ ਬਣਦੀ ਨਹੀਂ, ਤੇ ਲੜਾਈ ਕਰਕੇ ਇੱਕ ਵਾਰੀ ਪੂਰੇ ਮਤਲਬ ਮੀਡੀਆ 'ਚ ਆ ਗਏ ਸੀ ਟੱਬਰ। ਸੋ ਇਸ ਕਰਕੇ ਹੁਣ ਲੜਾਈ ਦੂਜੀ ਤਰ੍ਹਾਂ ਦੀ ਬਣ ਗਈ, ਤੁਹਾਨੂੰ ਪਤਾ ਹੀ ਹੈ ਜਿਵੇਂ ਹੁੰਦਾ ਬਾਅਦ ਦੇ ਵਿੱਚ ਜਦੋਂ ਜਦ ਚੱਲ ਪੈਂਦੀ ਆ। ਸੋ ਇਹ ਕਹਿ ਰਹੇ ਨੇ ਜਾਂ ਪੁਲਿਸ ਕਹਿ ਰਹੀ ਆ ਕਿ ਇਹਨੂੰ ਜ਼ਬਰਦਸਤੀ ਡਰੱਗ ਦਿੱਤਾ ਗਿਆ, ਜ਼ਬਰਦਸਤੀ ਜਾਂ ਕਹਿ ਲਓ ਕਿ ਕਿਸੇ ਲਿਕੁਇਡ ਫਾਰਮ ਦੇ ਵਿੱਚ ਦੇ ਦਿੱਤਾ ਗਿਆ। ਪਰ ਦੇਖੋ ਗੱਲ ਇਹ ਹੈ ਕਿ ਮੈਂ ਉਦੋਂ ਨਾ ਜਦੋਂ ਰਾਜਪੂਤ ਤੋਂ ਮੁੰਡਾ ਮਰਿਆ ਐਕਟਰ, ਉਸ ਵੇਲੇ ਵੀ ਇਹ ਦੋਸ਼ ਲੱਗਾ ਸੀ ਨਾ ਕੁੜੀ ਤੇ ਕਿ ਉਹਨੇ ਐ ਕਰਤਾ, ਉਹਨੇ ਐ ਕਰਤਾ। ਮੈਂ ਉਸ ਵੇਲੇ ਵੀ ਕਿਹਾ ਸੀ ਜਿਹੜਾ ਬਾਲਗ ਹੈ ਨਾ, ਤਾਂ ਇਹ ਤਾਂ ਗੱਲ ਨਹੀਂ ਕਰਨੀ ਚਾਹੀਦੀ ਸਾਨੂੰ, ਕਿ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ, ਪਾਰਟੀਆਂ ਕਰ ਰਿਹਾ, ਇਹਨਾਂ ਵੀ ਨਹੀਂ ਪਤਾ ਲੱਗ ਰਿਹਾ ਉਹਨੂੰ ਜੀ। ਸੋਨਾਲੀ ਫੋਗਟ ਮੈਂ ਕਹਿਣਾ ਨਹੀਂ ਚਾਹੁੰਦਾ, ਉਹਦੇ ਕੱਪੜਿਆਂ ਤੋਂ ਪਤਾ ਲੱਗ ਰਿਹਾ ਪਾਰਟੀ ਹੋ ਰਹੀ। ਸੋ ਕਹਿਣ ਦਾ ਭਾਵ ਇਹੋ ਆ ਕਿ ਇਸ ਵੇਲੇ ਪੁਲਿਸ ਤਾਂ, ਕਿਉਂਕਿ ਉੱਥੇ ਵੀ ਸਰਕਾਰ ਭਾਜਪਾ ਦੀ, ਹਰਿਆਣੇ 'ਚ ਵੀ ਸਰਕਾਰ ਭਾਜਪਾ ਦੀ ਹੈ, ਸੈਂਟਰ 'ਚ ਵੀ ਸਰਕਾਰ ਭਾਜਪਾ ਦੀ ਹੈ, ਇਹਨਾਂ ਨੇ ਚੱਕ ਕੇ ਕੇਸ ਦਰਜ ਕਰ ਦਿੱਤਾ। ਪਰ ਇਹ ਮਾਮਲਾ ਕੁਛ ਟੇਢਾ ਜਾਪਦਾ ਵਿਜੇ ਜੀ। ਹਾਲਾਂਕਿ ਹੋਇਆ ਉਹੀ ਹੈ ਬਿਲਕੁਲ ਜਿੱਦਾਂ ਪਰਿਵਾਰ ਨੇ ਕਿਹਾ, ਪੀਏ ਵਗੈਰਾ ਸਾਰਿਆਂ ਤੇ ਪਰਚਾ ਹੋ ਗਿਆ, ਪਰ ਮਾਮਲਾ ਹਾਲ ਦੀ ਘੜੀ ਥੋੜਾ ਟੇਢਾ ਜਾਪਦਾ ਜੀ। ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਪ੍ਰੇਰਨਾਦਾਇਕ ਖਬਰ ਕੀ ਹੈ ਜੀ? ਬਿਲਕੁਲ ਜੀ, ਇੱਕ ਮੈਂ ਖਬਰ ਪੜ੍ਹ ਰਿਹਾ ਸੀਗਾ ਜਿਹੜੀ ਜਲੌਰ ਤੋਂ ਹੈ। ਜਲੌਰ ਰਾਜਸਥਾਨ ਦਾ ਇੱਕ ਸ਼ਹਿਰ ਹੈ, ਤਾਂ ਉੱਥੋਂ ਇਹ ਖਬਰ ਬੜੀ ਸੁਣਨ ਨੂੰ ਮਿਲੀ, ਬੜੀ ਵਧੀਆ ਸਕੂਨਦਾਇਕ, ਕਿ ਅਸੀਂ ਦੇਖਦੇ ਹਾਂ ਵੀਡੀਓ ਦੇ ਵਿੱਚ ਕਦੇ ਕੁੱਤੇ ਨੂੰ ਅੱਗ ਲਾ ਕੇ ਸੁੱਟ ਦਿੱਤਾ ਜਾਂਦਾ ਹੈ, ਕਦੇ ਗੱਡੀ ਥੱਲੇ ਦੇ ਦਿੱਤਾ ਜਾਂਦਾ। ਇੱਕ ਸਾਡੇ ਇੱਥੇ ਵੀਡੀਓ ਨਿਕਲੀ ਸੀ ਪੰਜਾਬ ਚੋਂ ਕਿ ਇੱਕ ਨੇ ਸ਼ੂਟ ਕਰ ਦਿੱਤਾ ਸੀਗਾ ਜਾਨਵਰ। ਇਸ ਤਰ੍ਹਾਂ ਮਤਲਬ ਕਿ ਹੁੰਦਾ ਜਾਨਵਰਾਂ ਦੇ ਨਾਲ, ਸਾਰੀ ਦੁਨੀਆ ਦੇ ਵਿੱਚ ਹੀ ਕਿਸ ਤਰ੍ਹਾਂ ਦਾ ਵਿਹਾਰ ਹੁੰਦਾ ਹੈ। ਤਾਂ ਇਹ ਸ਼ਖਸ ਆਪਣੇ ਪੰਜਾਬ ਦੇ ਵਿੱਚ ਜੌਬ ਕਰਦੇ ਸਨ, ਪੀਰਾ ਰਾਮ,
ਪੀਰਾ ਰਾਮ ਦਾਇਲ ਇਹ ਬਿਸ਼ਨੋਈ ਸਮਾਜ ਦੀ ਨੇ ਕਗੋਤਰ ਹੈ। ਬਿਸ਼ਨੋਈ ਸਮਾਜ ਬਾਰੇ ਪੜ੍ਹਿਓ ਕਿਤੇ ਟਾਈਮ ਲੱਗੇ ਤੁਹਾਨੂੰ, ਵੈਸੇ ਗੈਂਗਸਟਰ ਕਰਕੇ ਨਾਮ ਆਉਂਦਾ। ਇਹ ਇੱਕ ਬਹੁਤ ਵਧੀਆ ਭਾਈਚਾਰਾ, ਕੁਦਰਤ ਤੇ ਕਹਿ ਲਓ ਜਾਨਵਰਾਂ ਨੂੰ ਬਹੁਤ ਪ੍ਰੇਮ ਕਰਦੇ ਨੇ ਜੀ। ਸਲਮਾਨ ਖਾਨ ਵਾਲਾ ਕੇਸ ਬਿਸ਼ਨੋਈ ਭਾਈਚਾਰੇ ਨਾਲ ਹੀ ਸੀ ਉਹ। ਹਾਂਜੀ, ਵੇਖ ਲਓ ਸਲਮਾਨ ਖਾਨ ਨੂੰ ਕਿੱਥੇ ਲੈ ਗਿਆ ਸਮਾਜ ਜੀ, ਕਿੱਥੋਂ ਲੈ ਗਿਆ, ਜੇ ਵੀ ਖੜਾ ਨਹੀਂ ਛੱਡਦੇ। ਸੋ ਇਹ ਬਹੁਤ ਜ਼ਿਆਦਾ ਪਸ਼ੂ ਪ੍ਰੇਮੀ ਹੁੰਦੇ ਨੇ, ਬਹੁਤ ਜ਼ਿਆਦਾ ਪ੍ਰੇਮ ਹੁੰਦਾ ਇਹਨਾਂ ਦਾ, ਤੇ ਇਹਨਾਂ ਦਾ ਧਰਮ ਵੀ ਇਹਨਾਂ ਨੂੰ ਇਹੀ ਕੁਝ ਸਿੱਖਿਆ ਦਿੰਦਾ। ਬਹੁਤ ਵਧੀਆ ਧਰਮ ਹੈ ਇਹਨਾਂ ਦਾ, ਸਿੱਖਿਆਵਾਂ ਬਹੁਤ ਵਧੀਆ ਨੇ। ਤਾਂ ਖੈਰ ਇਹ CRPF ਦੇ ਵਿੱਚ ਸੀਗਾ ਪੀਰਾ ਰਾਮ ਜੀ, ਤੇ ਜਲੰਧਰ ਦੇ ਵਿੱਚ ਜੌਬ ਕਰਦੇ ਸਨ। ਇੱਥੋਂ ਥੋੜਾ ਤੁਹਾਨੂੰ ਪਤਾ ਪੰਜਾਬ ਦੇ ਪਾਣੀ 'ਚ, ਪੰਜਾਬ ਦੇ ਫਿਜ਼ਾ ਦੇ ਵਿੱਚ ਇਹ ਚੀਜ਼ ਹੈਗੀ ਹੈ। ਤਾਂ ਇਹ ਜਦੋਂ ਇੱਥੋਂ ਚਲੇ ਗਏ ਆਪਣੇ ਪਿੰਡ, ਤਾਂ ਫਿਰ ਇਹਨਾਂ ਨੇ ਛੋਟਾ ਮੋਟਾ ਕੰਮ ਸਟਾਰਟ ਕਰ ਦਿੱਤਾ। 40 ਕਿਲੋਮੀਟਰ ਜਾਂਦੇ ਹੁੰਦੇ ਸੀਗੇ ਲੰਘ ਕੇ, ਥੋੜਾ ਜੰਗਲ ਪੈਂਦਾ ਸੀ। ਤਾਂ ਇੱਕ ਦਿਨ ਬਾਂਦਰਾਂ ਦਾ ਝੁੰਡ ਜਿਹੜਾ ਸੀਗਾ ਉਹ ਸੜਕ ਪਾਰ ਕਰਦੇ ਸਮੇਂ ਬਾਈਕ ਨਾਲ ਟਕਰਾ ਗਿਆ, ਤੇ ਜਿਹਦੇ ਵਿੱਚ ਇੱਕ ਬਾਂਦਰੀ ਜ਼ਖਮੀ ਹੋ ਗਈ, ਪਰ ਉਹਨੇ ਆਪਣਾ ਬੱਚਾ ਘੁੱਟ ਕੇ ਸੀਨੇ ਨਾਲ ਲਾ ਰੱਖਿਆ ਸੀਗਾ। ਪੀਰਾ ਰਾਮ ਨੂੰ ਉਹ ਦ੍ਰਿਸ਼ ਜਿਹੜਾ ਹੈ ਬੜਾ ਭਾਵੁਕ ਕਰ ਗਿਆ। ਤਾਂ ਉਸ ਤੋਂ ਬਾਅਦ ਪੀਰਾ ਰਾਮ ਇਹੋ ਜਿਹੇ ਜਾਨਵਰਾਂ ਦੀ ਸੇਵਾ 'ਚ ਜੁਟ ਗਿਆ, ਔਰ ਉਹਨੇ 2.5 ਕਰੋੜ ਰੁਪਏ ਦੀ ਆਪਣੀ ਜਿਹੜੀ ਜ਼ਮੀਨ ਸੀ ਸਾਰੀ ਨੂੰ ਰੈਸਕਿਊ ਸੈਂਟਰ 'ਚ ਬਦਲ ਦਿੱਤਾ, ਸਾਰਾ ਕੰਮ ਕਰ ਛੱਡ ਦਿੱਤਾ। ਸੋ ਪੀਰਾ ਰਾਮ ਟੋਟਲੀ ਕਹਿ ਲਓ ਕਿ ਉਹ ਫਿਰ ਇਸੇ ਸੇਵਾ ਨੂੰ ਹੀ ਸਮਰਪਿਤ ਹੋ ਗਏ। ਪਰ ਉਹ ਇੱਥੋਂ ਪੰਜਾਬ ਦੇ ਵਿੱਚੋਂ ਕਹਿੰਦੇ ਕਿ ਮੈਂ ਬਹੁਤ ਕੁਝ ਸਿੱਖ ਕੇ ਗਿਆ ਸੀਗਾ ਜੀ।